ਅਗਰ ਤੁਸੀਂ ਲੰਬੇ ਟਾਈਮ ਖੜੇ ਰਹਿੰਦੇ ਹੋ, ਅਗਰ ਤੁਸੀਂ ਰੈਗੂਲਰ ਐਕਸਰਸਾਈਜ਼ ਨਹੀਂ ਕਰਦੇ ਹੈਗੇ ਹੋ ਔਰ ਤੁਸੀਂ ਆਪਣੀ ਡਾਈਟ ਤੁਹਾਡੀ ਠੀਕ ਨਹੀਂ ਹੈ ਤੇ ਇਹ ਸਾਰੀ ਚੀਜ਼ਾਂ ਆਸਟੀਓਆਰਥਰਾਈਟਿਸ ਨੂੰ ਜ਼ਿਆਦਾ ਉਹ ਵਧਾ ਸਕਦੀ ਹੈ। ਸੋ ਕਿਹੜੇ ਸੁਝਾਅ ਤੁਸੀਂ ਦੋਗੇ ਕਿ ਇਹਨਾਂ ਦਰਦਾਂ ਤੋਂ ਬਚਿਆ ਜਾ ਸਕੇ? ਰੈਗੂਲਰ ਐਕਸਰਸਾਈਜ਼ ਕਰੋ। ਐਕਸਰਸਾਈਜ਼ ਨਾਲ ਸਾਡੇ ਜੁਆਇੰਟ ਨੂੰ ਨਿਊਟ੍ਰੀਸ਼ਨ ਮਿਲਦੀ ਹੈ। ਜੋੜਾਂ ਦੇ ਦਰਦ ਦੀ ਵਿੱਚ ਫਿਜ਼ੀਓਥੈਰੇਪੀ ਕਿੰਨਾ ਕੁ ਕੰਮ ਕਰਦੀ ਹੈ? ਕਿ ਦੇਖਿਆ ਹੋਣਾ ਮਾਲਿਸ਼ ਫਿਜ਼ੀਓਥੈਰੇਪੀ ਦੇ ਲਈ ਲੋਕੀ ਜਾਂਦੇ ਨੇ, ਸੋ ਕਿੰਨਾ ਕੁ ਇਹ ਅਸਰ ਕਰਦੀਆਂ ਨੇ? ਚਾਹੇ ਉਹ ਰੀੜ੍ਹ ਦੀ ਹੱਡੀ ਦੇ ਜੁਆਇੰਟ ਪੇਨਸ ਹੋ, ਚਾਹੇ ਗੋਡਿਆਂ ਦੇ ਹੋ, ਚਾਹੇ ਚੂਲੇ ਦੇ ਹੋਏ, ਹੱਥਾਂ ਦੇ, ਅਗਰ ਫਿਜ਼ੀਓਥੈਰੇਪੀ ਨਾਲ ਤੁਹਾਡੀ ਜੁਆਇੰਟ ਦੀ ਮੋਬਿਲਿਟੀ ਵੱਧਦੀ ਹੈ। ਸੋ ਇਹ ਕਿਹੜੀਆਂ ਚੀਜ਼ਾਂ ਨੇ ਕਿ ਗੈਪ ਆ ਜਾਂਦਾ ਜਾਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ? ਜੇ ਬਾਕੀ ਨਾਲ ਅਗਰ ਤੁਹਾਡੀ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਹੈਗੀ ਹੈ, ਤੁਹਾਡਾ ਡਾਈਟ ਅੱਛੀ ਨਹੀਂ ਹੈਗੀ, ਤੇ ਇਹ ਸਾਰੀ ਚੀਜ਼ਾਂ ਫਿਰ ਜਿਹੜਾ ਜੋੜਾਂ ਨੂੰ ਖਰਾਬ ਕਰਦੀ ਹੈ। ਸਭ ਇਹਨਾਂ ਦੇ ਕਾਰਨ ਕੀ ਹੁੰਦੇ ਨੇ ਕਿ ਕਿਵੇਂ ਇਹ ਜਿਹੜਾ ਇਹ 4th ਸਟੇਜ ਤੱਕ ਪਹੁੰਚ ਜਾਂਦੇ ਨੇ? ਸ਼ੁਰੂਆਤ ਹੀ ਕਿਹਨਾਂ ਕਾਰਨਾਂ ਤੋਂ ਹੁੰਦੀ ਹੈ? ਕੀ ਸਿੰਪਟਮਸ ਹੁੰਦੇ ਨੇ? ਜਿਨ੍ਹਾਂ ਦਾ weight ਜ਼ਿਆਦਾ ਹੈਗਾ, ਜਿਨ੍ਹਾਂ ਨੂੰ ਹੈਰੀਡਿਟਰੀ ਪ੍ਰੋਬਲਮ ਹੈਗੀ ਇਹਦੀ, ਜਿਹੜੇ ਆਪਣੇ ਜੁਆਇੰਟ ਦੀ ਕੇਅਰ ਨਹੀਂ ਕਰਦੇ, ਲੰਬੇ ਟਾਈਮ ਖੜੇ ਰਹਿੰਦੇ ਹੈ ਨਾ। ਇਹ ਦੇਖ ਰਹੇ ਚੂਲੇ ਦਾ ਜੁਆਇੰਟ ਹੈ, ਇਹ ਗੋਡੇ ਦੇ ਹੈ। ਅੱਜ ਕੱਲ੍ਹ ਕਾਫੀ ਜੁਆਇੰਟ ਹੋਰ ਵੀ ਬਦਲੇ ਜਾ ਰਹੇ ਹਨ, ਜਿੱਦਾਂ ਕਿ ਸ਼ੋਲਡਰ ਜੁਆਇੰਟ ਹੋ ਗਿਆ, ਐਲਬੋ ਜੁਆਇੰਟ ਹੋ ਗਿਆ, ਐਂਕਲ ਜੁਆਇੰਟ ਹੋ ਗਿਆ, ਤੇ ਕਾਫੀ ਜੋੜ ਅੱਜ ਕੱਲ੍ਹ ਬਦਲੇ ਜਾ ਰਹੇ ਹਨ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਜੇਕਰ ਸਿਹਤ ਸੰਬੰਧੀ ਗੱਲਾਂ ਕਰੀਏ ਤਾਂ ਸਾਡੀ ਸਿਹਤ ਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਦੇ ਹਾਂ। ਸੋ ਬਹੁਤ ਹੀ ਕਾਮਨ ਜੀ ਗੱਲ ਹੈ ਦਰਦਾਂ। ਸੋ ਦਰਦਾਂ ਦੀ ਗੱਲ ਕਰਾਂ, ਦਰਦਾਂ ਅਜਿਹੀਆਂ ਜਦੋਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਸਾਡੀ ਸਰੀਰ ਦੇ ਵਿੱਚ ਜਕੜਨ ਬਹੁਤ ਕੁਝ ਅਸੀਂ ਫੀਲ ਕਰਦੇ ਹਾਂ, ਜਿਹਦੇ ਲਈ ਅਸੀਂ ਪੇਨ ਕਿਲਰ ਦਾ ਇਸਤੇਮਾਲ ਕਰਦੇ ਹਾਂ। ਸੋ ਪੇਨਸ ਜਿਹੜੀਆਂ ਨੇ ਉਹ ਸਾਡੀਆਂ ਹੱਡੀਆਂ ਦੇ ਵਿੱਚ ਸਾਨੂੰ ਜਿਹੜਾ ਝੰਜੋੜ ਕੇ ਰੱਖ ਦਿੰਦੀਆਂ ਨੇ। ਸੋ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਅੱਜ ਜੋ ਹੈ ਜਵਾਬ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਡਾਕਟਰ ਸੰਜੀਵ ਗੋਇਲ ਹੋਣਾ ਤੋਂ। ਪਹਿਲਾਂ ਤਾਂ ਸਵਾਗਤ ਕਰ ਲੈਂਦੇ ਹਾਂ, ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਜਿੱਦਾਂ ਮੈਂ ਜੋੜਾਂ ਦੀ ਗੱਲ ਕੀਤੀ, ਦਰਦਾਂ ਦੀ ਗੱਲ ਕੀਤੀ, ਸੋ ਦੇਖਿਆ ਹੋਣਾ ਕਿ ਹਰ ਘਰ ਦੇ ਵਿੱਚ ਹੈ ਨਾ ਕਦੇ ਨਾ ਮਤਲਬ ਕਿਸੇ ਨਾ ਕਿਸੇ ਨੂੰ ਦਰਦਾਂ ਦੀ ਪ੍ਰੋਬਲਮ ਹੈਗੀ ਹੈ। ਸੋ ਬੇਸਿਕਲੀ ਜੋੜਾਂ ਦਾ ਦਰਦ ਕੀ ਹੈ, ਕਿਵੇਂ ਹੁੰਦਾ ਹੈ, ਇਸ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ। ਦੇਖੋ, ਕੋਈ ਨਾ ਕੋਈ ਜਿਹੜਾ ਬੀਇੰਗ ਹੈ ਉਹ ਆਪਣੀ ਲਾਈਫ ਵਿੱਚ ਕਦੇ ਨਾ ਕਦੇ ਜੋੜਾਂ ਦੀ ਦਰਦਾਂ ਤੋਂ ਪਰੇਸ਼ਾਨ ਹੁੰਦੇ। ਔਰ ਜੋੜਾਂ ਦਾ ਦਰਦ ਇਹ ਨਹੀਂ ਕਿ ਸਿਰਫ 올ਡ ਏਜ ਵਿੱਚ ਹੁੰਦਾ, ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ। ਜਿੱਦਾਂ ਦਾ ਏਜ ਵੱਧਦੀ ਹੈ ਕਈ ਤਰ੍ਹਾਂ ਦੇ ਜੋੜਾਂ ਦਾ ਦਰਦ ਹੁੰਦਾ ਹੈ। ਜੋੜਾਂ ਦਾ ਦਰਦ ਨੂੰ ਆਪਾਂ ਅਰਥਰਾਈਟਿਸ ਕਹਿੰਦੇ ਹਾਂ। ਇਹਦੇ ਵਿੱਚ ਸਭ ਤੋਂ ਕਾਮਨ ਜਿਹੜਾ ਅਰਥਰਾਈਟਿਸ ਹੈ ਉਹ ਹੈ ਆਸਟੀਓਆਰਥਰਾਈਟਿਸ, ਜਿਹੜਾ ਕਿ ਏਜਿੰਗ ਦੇ ਨਾਲ ਹੁੰਦਾ ਹੈ, ਜਿਹੜਾ ਕਿ ਜ਼ਿਆਦਾਤਰ 40 ਈਅਰਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ, ਜਿਹਦੇ ਵਿੱਚ ਕਿ ਜਿਹੜਾ ਸਾਡਾ ਇੱਕ ਜੋੜ ਦਾ ਕਵਰ ਹੁੰਦਾ ਜਿਹਨੂੰ ਕਾਰਟਿਲੇਜ ਕਹਿੰਦੇ ਆ, ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਇਹਨੂੰ ਆਸਟੀਓਆਰਥਰਾਈਟਿਸ ਕਹਿੰਦੇ। ਇੱਕ ਜ਼ਿਆਦਾਤਰ ਫੀਮੇਲਸ ਵਿੱਚ ਹੁੰਦਾ ਹੈ, ਪਰ ਇਹ ਮੇਲਸ ਵਿੱਚ ਵੀ ਹੁੰਦਾ। ਮੇਲਸ ਵਿੱਚ ਥੋੜਾ ਲੇਟ ਹੁੰਦਾ ਹੈ, ਆਮ ਦੇਖਿਆ ਗਿਆ। ਤੇ ਦੂਜੇ ਤਰ੍ਹਾਂ ਦਾ ਅਰਥਰਾਈਟਿਸ ਹੁੰਦਾ ਹੈ ਰੂਮੇਟਾਇਡ ਅਰਥਰਾਈਟਿਸ, ਜਿਹਨੂੰ ਲੋਕ ਰੂਟੀਨ ਟਰਮ ਵਿੱਚ ਗਠੀਆ ਕਹਿੰਦੇ ਆ। ਇਹ ਥੋੜਾ ਯੰਗ ਏਜ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਅਰਥਰਾਈਟਿਸ ਹੁੰਦੇ, ਜਿੱਦਾਂ ਸੈਪਟਿਕ ਅਰਥਰਾਈਟਿਸ, ਇਨਫੈਕਸ਼ਨ ਹੋ ਜਾਂਦਾ ਹੈ ਗੁੱਡਿਆਂ ਵਿੱਚ, ਪਸ ਪੈ ਜਾਂਦੀ ਹੈ ਜੋੜਾਂ ਦੇ ਵਿੱਚ, ਉਹਨੂੰ ਸੈਪਟਿਕ ਅਰਥਰਾਈਟਿਸ ਕਹਿੰਦੇ ਆ। ਇੱਕ ਤੁਸੀਂ ਸੁਣਿਆ ਹੋਣਾ ਕਿ ਯੂਰਿਕ ਐਸਿਡ ਵੱਧ ਗਿਆ, ਅਗਰ ਯੂਰਿਕ ਐਸਿਡ ਕੰਟਰੋਲ ਨਾ ਹੋਏ ਤੇ ਉਹਦੇ ਨਾਲ ਵੀ ਅਰਥਰਾਈਟਿਸ ਹੋ ਸਕਦਾ ਹੈ, ਜਿਹਨੂੰ ਕਿ ਗਾਊਟੀ ਅਰਥਰਾਈਟਿਸ ਕਹਿੰਦੇ ਆ। ਹੋਰ ਵੀ ਕਈ ਤਰ੍ਹਾਂ ਦੇ ਅਰਥਰਾਈਟਿਸ ਹੈਗੇ, ਪਰ ਇਹ ਦੋ ਕਾਮਨ ਅਰਥਰਾਈਟਿਸ ਹੈਗੇ, ਇੱਕ ਆਸਟੀਓਆਰਥਰਾਈਟਿਸ ਤੇ ਇੱਕ ਰੂਮੇਟਾਇਡ ਅਰਥਰਾਈਟਿਸ, ਜਿਹੜੇ ਕਿ ਕਾਮਨ ਹੈਗੇ। ਅੱਛਾ, ਜੇਕਰ ਗੱਲ ਕਰਾਂ ਜੀ ਇਹਨਾਂ ਦੇ ਵਿੱਚ ਫਰਕ ਭਾਲਣਾ ਹੋਵੇ ਤਾਂ ਕਿਹੜੇ ਫਰਕਾਂ ਦੇ ਨਾਲ ਸਾਨੂੰ ਪਤਾ ਲੱਗ ਸਕਦਾ ਕਿ ਕਿਹੜਾ ਦਰਦ ਹੈ? ਬਿਲਕੁਲ, ਜਿੱਦਾਂ ਮੈਂ ਦੱਸ ਰਿਹਾ ਸੀ, ਜਿੱਦਾਂ ਕਿ ਆਸਟੀਓਆਰਥਰਾਈਟਿਸ ਹੁੰਦਾ ਹੈ ਜ਼ਿਆਦਾ ਏਜ ਦੇ ਨਾਲ ਹੁੰਦਾ ਹੈ, ਏਜ ਰਿਲੇਟਡ ਚੇਂਜਸ ਹੁੰਦੇ ਹਨ। ਇਹ ਅਰਾਊਂਡ 40 ਈਅਰਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ, ਫਿਰ ਆਸਤੇ ਆਸਤੇ ਜਿੱਦਾਂ ਏਜ ਵੱਧਦੀ ਹੈ ਵੱਧਦੇ ਰਹਿੰਦੇ ਆ। ਇਹਦਾ ਮੇਨ ਲੱਛਣ ਇਹ ਹੁੰਦੇ, ਜ਼ਿਆਦਾਤਰ ਇਹ ਅਫੈਕਟ ਕਰਦਾ ਹੈ ਗੋਡਿਆਂ ਨੂੰ, ਚੂਲਿਆਂ ਨੂੰ, ਤੇ ਹੱਥਾਂ ਦੇ ਜੋੜਾਂ ਨੂੰ, ਰੀੜ੍ਹ ਦੀ ਹੱਡੀ ਨੂੰ, ਜਿਹੜੇ ਜੋੜ ਹੈ ਉਹਨਾਂ ਨੂੰ ਅਫੈਕਟ ਕਰਦਾ ਹੈ। ਜਦ ਕਿ ਜਿਹੜਾ ਆਪਣਾ ਰੂਮੇਟਾਇਡ ਅਰਥਰਾਈਟਿਸ ਹੁੰਦਾ, ਜਿਹੜਾ ਗਠੀਆ ਹੁੰਦਾ ਹੈ ਹੱਥਾਂ ਦੇ ਛੋਟੇ ਜੋੜਾਂ ਨੂੰ, ਗੋਡਿਆਂ ਨੂੰ, ਚੂਲਿਆਂ ਨੂੰ, ਰੀੜ੍ਹ ਦੀ ਹੱਡੀ ਨੂੰ, ਪਰ ਇਹ ਜ਼ਿਆਦਾਤਰ ਇਹਦੇ ਵਿੱਚ ਦੋਨੋਂ ਤਰਫ, ਦੋਨੋਂ ਹੱਥਾਂ ਨੂੰ, ਜਿੱਦਾਂ ਹੱਥਾਂ ਨੂੰ, ਗੋਡਿਆਂ ਨੂੰ ਸਿਮੈਟਰੀਕਲ ਹੁੰਦੇ ਆ, ਮਤਲਬ ਕਾਫੀ ਸਾਰੇ ਜੋੜ ਇਨਵੋਲਵਡ ਹੁੰਦੇ ਆ ਇਹਦੇ ਵਿੱਚ। ਤੇ ਇਹ ਥੋੜਾ ਬਚਪਨ ਯੰਗ ਏਜ ਵਿੱਚ ਸ਼ੁਰੂ ਹੋ ਜਾਂਦਾ ਹੈ ਕਿ 30-35 ਸਾਲ ਹੋ ਕਦੇ ਵੀ ਸਕਦਾ, ਪਰ ਜ਼ਿਆਦਾ ਕਰੀਏ ਯੰਗ ਏਜ ਵਿੱਚ ਹੁੰਦਾ ਹੈ। ਇਹ ਬੱਚਿਆਂ ਵਿੱਚ ਵੀ ਅਰਥਰਾਈਟਿਸ ਪਾਇਆ ਜਾਂਦਾ, ਜਿਹਨੂੰ ਜੁਵੇਨਾਈਲ ਰੂਮੇਟਾਇਡ ਅਰਥਰਾਈਟਿਸ ਕਹਿੰਦੇ ਆ। ਇਹ ਬੱਚਿਆਂ ਵਿੱਚ ਵੀ ਪਾਇਆ ਜਾਂਦਾ ਹੈ,
ਤੇ ਅਰਥਰਾਈਟਿਸ ਸਾਰੀ ਉਮਰ ਦੀ ਬਿਮਾਰੀ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਡਾਕਟਰ ਨੂੰ ਮਿਲ ਕੇ ਕਿਹੜੀ ਤੁਹਾਨੂੰ ਕਿਸ ਤਰ੍ਹਾਂ ਦਾ ਅਰਥਰਾਈਟਿਸ ਹੈ। ਜੀ ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਕਿਹਾ ਬੱਚਿਆਂ ਦੇ ਵਿੱਚ ਯੰਗ ਏਜ ਦੇ ਵਿੱਚ ਹੋ ਜਾਂਦਾ ਹੈ, ਸੋ ਕੀ ਇਹ ਖਾਣ ਪੀਣ ਦੇ ਪ੍ਰਭਾਵ ਦੇ ਨਾਲ ਹੁੰਦਾ ਹੈ ਜਾਂ ਫਿਰ ਕਿਹਨਾਂ ਕਾਰਨਾਂ ਕਰਕੇ ਜਿਹੜੀ ਇਹ ਦਰਦਾਂ ਜਿਹੜੀਆਂ ਨੇ ਸ਼ੁਰੂ ਹੋ ਜਾਂਦੀਆਂ ਨੇ? ਦੇਖੋ, ਜਿਹੜਾ ਯੰਗ ਏਜ ਵਿੱਚ ਹੁੰਦਾ ਜਿਹਨੂੰ ਕਿ ਰੂਮੇਟਾਇਡ ਅਰਥਰਾਈਟਿਸ ਕਹਿੰਦੇ ਆ, ਉਹ ਬਾਡੀ ਦਾ ਆਟੋਇਮਿਊਨ ਪ੍ਰੋਬਲਮਸ ਹੁੰਦੀ ਹੈ। ਇਹ ਜੈਨੇਟਿਕ ਪ੍ਰੋਬਲਮਸ ਹੁੰਦੀ ਹੈ ਇਹਦੇ ਵਿੱਚ, ਜਿਹਨੂੰ ਬੱਚਿਆਂ ਨੂੰ ਅਗਰ ਹੁੰਦਾ ਜੁਵੈਨਾਈਲ ਰੂਮੇਟਾਇਡ ਅਰਥਰਾਈਟਿਸ। ਤੇ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਜਿੱਦਾਂ ਐਨਕਲੋਜ਼ਿੰਗ ਸਪੌਂਡਿਲਾਈਟਿਸ ਹੈ, ਉਹ ਰੀੜ੍ਹ ਦੀ ਹੱਡੀ ਨੂੰ ਇਨਵੋਲਵ ਕਰਦਾ, ਇਹ ਜੈਨੇਟਿਕ ਹੁੰਦਾ, ਠੀਕ ਹੈ ਨਾ। ਹੋਰ ਜਿੱਦਾਂ ਆਸਟੀਓਆਰਥਰਾਈਟਿਸ ਹੈ, ਉਹ ਏਜ ਦੇ ਨਾਲ ਹੁੰਦਾ ਹੈ, ਪਰ ਜਿਹਦੀ ਫੈਮਿਲੀ ਵਿੱਚ ਜ਼ਿਆਦਾ ਦੇਖਿਆ ਗਿਆ ਕਿ ਜਿਹਦੇ ਫੈਮਿਲੀ ਵਿੱਚ ਆਲਰੇਡੀ ਕਿਸੇ ਨੂੰ ਅਗਰ ਆਸਟੀਓਆਰਥਰਾਈਟਿਸ ਉਹਦੇ ਵਿੱਚ ਜ਼ਿਆਦਾ ਕਾਮਨ ਹੁੰਦਾ ਹੈ। ਤੇ ਇਹ ਸਭ ਚੀਜ਼ਾਂ ਹੈਗੀ, ਪਰ ਖਾਣ ਪੀਣ ਦਾ ਵੀ ਇਹਦੇ ਵਿੱਚ ਹੈਗਾ, ਡਾਈਟ ਦਾ। ਜਿੱਦਾਂ ਆਸਟੀਓਆਰਥਰਾਈਟਿਸ ਹੈ, ਅਗਰ ਤੁਹਾਡਾ weight ਜ਼ਿਆਦਾ ਹੈਗਾ, ਅਗਰ ਤੁਸੀਂ ਲੰਬੇ ਟਾਈਮ ਖੜੇ ਰਹਿੰਦੇ ਹੋ, ਅਗਰ ਤੁਸੀਂ ਰੈਗੂਲਰ ਐਕਸਰਸਾਈਜ਼ ਨਹੀਂ ਕਰਦੇ ਹੈਗੇ ਹੋ, ਔਰ ਤੁਸੀਂ ਆਪਣੀ ਡਾਈਟ ਤੁਹਾਡੀ ਠੀਕ ਨਹੀਂ ਹੈ, ਤੇ ਇਹ ਸਾਰੀ ਚੀਜ਼ਾਂ ਆਸਟੀਓਆਰਥਰਾਈਟਿਸ ਨੂੰ ਜ਼ਿਆਦਾ ਉਹ ਵਧਾ ਸਕਦੀਆਂ। ਇੱਦਾਂ ਹੀ ਜਿਹੜਾ ਗਠੀਆ ਹੈਗਾ ਰੂਮੇਟਾਇਡ, ਉਹਦੇ ਵਿੱਚ ਵੀ ਕਈ ਚੀਜ਼ਾਂ ਜਿਹੜੀ ਖਾਣ ਪੀਣ ਦੀ ਚੀਜ਼ਾਂ, ਅਗਰ ਤੁਸੀਂ ਉਹਦਾ ਧਿਆਨ ਰੱਖੋ, ਇਹਨਾਂ ਚੀਜ਼ਾਂ ਨੂੰ ਅਰਥਰਾਈਟਿਸ ਨੂੰ ਕਮ ਕੀਤਾ, ਉਹਦੇ ਜਿਹੜੇ ਲੱਛਣ ਆ ਉਹਨਾਂ ਨੂੰ ਕਮ ਕੀਤਾ ਜਾ ਸਕਦਾ ਹੈ, ਤਾਂ ਕਿ ਉਹਨੂੰ ਵਧਾਉਣ ਤੋਂ ਵੀ ਰੋਕਿਆ ਜਾ ਸਕਦਾ ਹੈ। ਤੁਸੀਂ ਵਧਾਉਣ ਤੋਂ ਰੋਕਣ ਦੀ ਗੱਲ ਕੀਤੀ ਔਰ ਤੁਸੀਂ ਡਾਈਟ ਵੱਲ ਵੀ, ਸੋ ਕਿਹੜੇ ਸੁਝਾਅ ਤੁਸੀਂ ਦਿਓਗੇ ਕਿ ਇਹਨਾਂ ਦਰਦਾਂ ਤੋਂ ਬਚਿਆ ਜਾ ਸਕੇ? ਸਭ ਤੋਂ ਪਹਿਲੇ ਅਗਰ ਤੇ ਤੁਸੀਂ ਲੱਗਦਾ ਹੈ ਕਿ ਤੁਹਾਡਾ weight ਜ਼ਿਆਦਾ ਹੈ, weight ਕਮ ਕਰੋ, ਰੈਗੂਲਰ ਐਕਸਰਸਾਈਜ਼ ਕਰੋ। ਐਕਸਰਸਾਈਜ਼ ਨਾਲ ਸਾਡੇ ਜੁਆਇੰਟ ਨੂੰ ਨਿਊਟ੍ਰੀਸ਼ਨ ਮਿਲਦੀ ਹੈ, ਠੀਕ ਹੈ। ਇੱਦਾਂ ਦੀ ਅਗਰ ਤੁਹਾਨੂੰ ਕੋਈ ਅਰਥਰਾਈਟਿਸ ਹੈ, ਕੋਈ ਸਿੰਪਟਮਸ ਹੈ, ਆਸਟੀਓਆਰਥਰਾਈਟਿਸ ਹੈ ਤੁਹਾਨੂੰ, ਤੇ ਇੱਦਾਂ ਦੀ ਕੋਈ ਐਕਟੀਵਿਟੀ ਨਾ ਕਰੋ ਜਿਹਦੇ ਨਾਲ ਤੁਹਾਡੇ ਗੋਡਿਆਂ ਤੇ ਜ਼ੋਰ ਪੈ, ਚੁੱਲ੍ਹੇ ਤੇ ਜ਼ੋਰ ਪੈ, ਮਤਲਬ ਹਾਈ ਇੰਪੈਕਟ ਐਕਟੀਵਿਟੀ ਜਿਹੜੀ ਹੁੰਦੀ ਹੈ ਉਹ ਨਹੀਂ ਕਰਨੀ ਚਾਹੀਦੀ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਸ਼ੁਰੂਆਤ ਹੋ ਚੁੱਕੀ ਹੈ, ਜੁਆਇੰਟ ਪੇਨਸ ਹੋ ਚੁੱਕੇ, ਤਾਂ ਉਸੇ ਟਾਈਮ ਆਪਣੇ ਡਾਕਟਰ ਨੂੰ ਮਿਲੋ, ਕਿ ਅਰਲੀ ਸਟੇਜ ਵਿੱਚ ਅਗਰ ਇਹਨੂੰ ਪਕੜ ਲੈਂਦੇ ਆ, ਇਹਦਾ ਇਲਾਜ ਕਰਦੇ ਆ, ਤਾਂ ਉਹ ਇਲਾਜ ਸੰਭਵ ਹੈਗਾ। ਬਾਕੀ ਡਾਈਟ ਵਿੱਚ ਕਈ ਚੀਜ਼ਾਂ ਹੁੰਦੀਆਂ, ਕਈ ਐਂਟੀਆਕਸੀਡੈਂਟਸ ਹੁੰਦੇ ਆ, ਜਿੱਦਾਂ ਆਪਾਂ ਕਹਿੰਦੇ ਕਿ ਹਲਦੀ ਲੈ ਸਕਦੇ ਆ, ਜਿੰਜਰ ਹੋ ਗਿਆ, ਗਾਰਲਿਕ ਹੋ ਗਿਆ, ਹੈ ਨਾ, ਔਰ ਆਪਣੇ ਸਿਟਰਸ ਫਰੂਟਸ ਹੋ ਗਏ, ਇਹ ਚੀਜ਼ਾਂ ਬਹੁਤ ਫਾਇਦੇਮੰਦ ਹੁੰਦੀ ਹੈ। ਨਾਲ ਹੀ ਜਿੱਦਾਂ ਉਹ ਫਲੈਕਸ ਸੀਡਸ ਹੁੰਦੀਆਂ, ਹੈ ਨਾ, ਇਹ ਨਾਨ ਵੈਜ ਵਿੱਚ ਓਮੇਗਾ 3 ਫਿਸ਼ ਆਇਲਸ ਹੁੰਦੇ ਆ, ਇਹ ਚੀਜ਼ਾਂ ਬਹੁਤ ਬੈਨੀਫੀਸ਼ੀਅਲ ਹੁੰਦੀਆਂ ਜੁਆਇੰਟ ਪੇਨਸ ਦੇ ਵਿੱਚ। ਅੱਛਾ ਡਾਕਟਰ ਸਾਹਿਬ, ਲੇਡੀਜ਼ ਦੀ ਗੱਲ ਕਰਾਂ, ਫੀਮੇਲਸ ਦੀ ਗੱਲ ਕਰਾਂ, ਤਾਂ ਫੀਮੇਲਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਇੱਕ ਟਾਈਮ ਆਉਂਦਾ ਹੈ ਕਿ ਜਦੋਂ ਲੇਡੀ ਨਾ ਕੁਝ ਜ਼ਿਆਦਾ ਫੀਲ ਕਰਨ ਲੱਗ ਜਾਂਦੀ ਕਿ ਉਹਦੇ ਨੀਜ਼ ਦੇ ਵਿੱਚ ਪੇਨ ਆ, ਉਹਦੀ ਬੈਕਬੋਨ ਪੇਨ ਆ, ਸੋ ਕੀ ਇਹ ਇੱਕ ਏਜ ਤੋਂ ਬਾਅਦ ਹੁੰਦੀਆਂ ਜਾਂ ਫਿਰ ਉਸ ਤੋਂ ਪਹਿਲਾਂ ਵੀ ਹੁੰਦਾ, ਤੇ ਕੀ ਕਾਰਨ ਹੁੰਦੇ ਨੇ ਔਰਤਾਂ ਦੇ ਵਿੱਚ ਇਹ ਚੀਜ਼ਾਂ? ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਫੀਮੇਲਸ ਵਿੱਚ ਇਹ ਜਿਹੜਾ ਆਸਟੀਓਆਰਥਰਾਈਟਿਸ ਹੈ ਜ਼ਿਆਦਾ ਕਾਮਨ ਹੁੰਦਾ ਹੈ। ਉਹਦੇ 2-3 ਕਾਰਨ ਹੈ। ਇੱਕ ਤੇ ਰੀਜ਼ਨ ਹੈ ਕਿ ਉਹ ਥੋੜ੍ਹਾ ਸਾਡੇ ਇੰਡੀਆ ਵਿੱਚ ਜਿਹੜਾ ਲਾਈਫ ਸਟਾਈਲ ਹੈ, ਆਮ ਲੇਡੀਜ਼ ਦਾ ਚੌਕੜੀ ਜ਼ਿਆਦਾ ਮਾਰਨੀ ਪੈਂਦੀ ਹੈ, ਉਹਨਾਂ ਨੂੰ ਹਾਊਸ ਹੋਲਡ ਵਰਕ ਜ਼ਿਆਦਾ ਕਰਨਾ ਪੈਂਦਾ, ਲੰਬੇ ਟਾਈਮ ਖੜੇ ਰਹਿਣਾ ਪੈਂਦਾ ਹੈ। ਦੂਜਾ, ਓਬੈਸਿਟੀ ਜ਼ਿਆਦਾ ਹੈ, weight ਵੱਧ ਜਾਂਦਾ ਹੈ ਜਿਨ੍ਹਾਂ ਦਾ, ਉਹਨਾਂ ਵਿੱਚ ਕਾਮਨ ਪਾਇਆ ਗਿਆ ਕਿ ਆਸਟੀਓਆਰਥਰਾਈਟਿਸ ਜ਼ਿਆਦਾ ਹੁੰਦਾ ਹੈ। ਔਰ ਤੀਜਾ ਜਿਹੜਾ ਰੀਜ਼ਨ ਹੈ ਉਹ ਹੈ ਮੇਨ ਕਿ ਪੋਸਟ ਮੀਨੋਪੌਜ਼ਲ, ਜਦ ਮੀਨੋਪੌਜ਼ ਹੋ ਜਾਂਦਾ ਹੈ ਪੇਸ਼ੈਂਟ ਲੇਡੀਜ਼ ਨੂੰ, ਉਹਦੇ ਬਾਅਦ ਹੱਡੀਆਂ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਨਾ। ਤੇ ਹਾਂ ਦੱਸੋ ਜੀ ਡਾਕਟਰ ਸਾਹਿਬ, ਜੇਕਰ ਗੱਲ ਕਰਾਂ, ਤੁਸੀਂ ਦੇਖਿਆ ਹੋਣਾ ਕਿ ਜਦੋਂ ਇੱਕ ਲੇਡੀ ਪ੍ਰੈਗਨੈਂਟ ਵੀ ਹੁੰਦੀ, ਪ੍ਰੈਗਨੈਂਸੀ ਤੋਂ ਬਾਅਦ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜਾ ਦਰਦ ਸ਼ੁਰੂ ਹੋ ਜਾਂਦੀ, ਸੋ ਉਹ ਕੀ ਵਾਕਈ ਉਹ ਇੰਜੈਕਸ਼ਨ ਜਿੱਦਾਂ ਕਈ ਲੇਡੀਜ਼ ਦਾ ਸੀ ਸੈਕਸ਼ਨ ਸਜ਼ੇਰੀਅਨ ਹੁੰਦਾ ਹੈ, ਸੋ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਜੈਕਸ਼ਨ ਦੇ ਕਰਕੇ ਜਿਹੜੀ ਉਹ ਬੈਕ ਪੇਨ ਹੈ, ਸੋ ਉਹ ਕੀ ਕਾਰਨ? ਇਹ ਕੋਈ ਰੀਜ਼ਨ ਨਹੀਂ ਹੈਗਾ ਕਿ ਇੰਜੈਕਸ਼ਨ, ਅੱਜ ਕੱਲ੍ਹ ਜਿਹੜੇ ਇੰਜੈਕਸ਼ਨ ਲੱਗਦੇ ਆ ਆਪਰੇਸ਼ਨ ਦੇ ਦੌਰਾਨ, ਉਹ ਬਹੁਤ ਸੇਫ ਹੈਗੇ, ਉਹਨਾਂ ਕਾਰਨ ਦਰਦ ਨਹੀਂ ਹੁੰਦਾ। ਪਰ ਕਈ ਫੀਮੇਲਸ ਨੂੰ, ਕਈ ਪੇਸ਼ੈਂਟਸ ਨੂੰ ਦੇਖਿਆ ਗਿਆ ਕਿ ਇਹ ਜਿਹੜਾ ਗਠੀਆ ਹੈ, ਜਿਹੜਾ ਮੈਂ ਰੂਮੇਟਾਇਡ ਅਰਥਰਾਈਟਿਸ ਕਰੇ, ਡਿਊਰਿੰਗ ਪ੍ਰੈਗਨੈਂਸੀ ਜਾਂ ਪ੍ਰੈਗਨੈਂਸੀ ਤੋਂ ਬਾਅਦ ਇਹ ਸਿੰਪਟਮਸ ਜ਼ਿਆਦਾ ਹੋ ਜਾਂਦੇ ਹੈ। ਇਹਦਾ ਟ੍ਰੀਟਮੈਂਟ ਹੈ ਕਿ ਜਦ ਤੁਹਾਨੂੰ ਲੱਗੇ ਸਿੰਪਟਮਸ ਹੋ ਰਹੇ ਹਨ, ਸ਼ੁਰੂਆਤ ਵਿੱਚ ਇਹਦਾ ਅਗਰ ਧਿਆਨ ਰੱਖੋ, ਇਹ ਚੀਜ਼ਾਂ ਬਹੁਤ ਕਮ ਤੰਗ ਕਰਦੀਆਂ, ਜ਼ਿਆਦਾ ਤੰਗ ਨਹੀਂ ਕਰਦੀਆਂ। ਪਰ ਇਹ ਜ਼ਰੂਰ ਹੈਗਾ ਕਿ ਫੀਮੇਲਸ ਨੂੰ ਖਾਸ ਕਰ ਇਹ ਲੱਛਣ ਜ਼ਿਆਦਾ ਹੁੰਦੇ ਆ ਅਰਥਰਾਈਟਿਸ ਦੇ, ਕਿਉਂਕਿ ਉਹਨਾਂ ਦੀ ਕੁਝ ਜਿੱਦਾਂ ਮੈਂ ਦੱਸ ਰਿਹਾ ਤੁਹਾਨੂੰ, ਜਦ ਆਪਣਾ ਮੀਨੋਪੌਜ਼ ਆ ਜਾਂਦਾ ਹੈ, ਪੀਰੀਅਡਸ ਬੰਦ ਹੋ ਜਾਂਦੇ, ਉਹਦੇ ਬਾਅਦ ਵੀ ਇਹ ਚੀਜ਼ਾਂ ਜ਼ਿਆਦਾ ਤੇਜ਼ੀ ਨਾਲ ਜਾਂਦੀਆਂ ਫੀਮੇਲਸ ਦੇ ਵਿੱਚ। ਸੋ ਜੋੜਾਂ ਦੇ ਦਰਦ ਦੀ ਵਿੱਚ ਫਿਜ਼ੀਓਥੈਰੇਪੀ ਕਿੰਨਾ ਕੁ ਕੰਮ ਕਰਦੀ? ਕਿਉਂਕਿ ਦੇਖਿਆ ਹੋਣਾ ਮਾਲਿਸ਼, ਫਿਜ਼ੀਓਥੈਰੇਪੀ ਦੇ ਲਈ ਲੋਕੀ ਜਾਂਦੇ ਨੇ, ਸੋ ਕਿੰਨਾ ਕੁ ਇਹ ਅਸਰ ਕਰਦੀਆਂ ਨੇ? ਪਹਿਲੇ ਤਾਂ ਤੁਹਾਨੂੰ ਇਹ ਹੈ ਕਿ ਪਹਿਲੇ ਤਾਂ ਡਾਇਗਨੋਜ਼ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਜੁਆਇੰਟ ਪੇਨਸ ਹੈਗੀਆਂ। ਉਹਦੇ ਵਾਸਤੇ ਮੈਂ ਦੱਸ ਰਿਹਾ ਸੀ, ਜਿੱਦਾਂ ਹੀ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ, ਆਪਣੇ ਡਾਕਟਰ ਕੋਲ ਜਾਓ, ਤੁਹਾਡੇ ਟੈਸਟ ਕਰਨਗੇ, ਕੁਝ ਐਕਸਰੇਜ਼ ਕਰਨਗੇ, ਹੋ ਸਕਦਾ ਤੁਹਾਡੇ ਬਲੱਡ ਟੈਸਟ ਕਰਨ, ਕਈ ਵਾਰੀ ਸਾਨੂੰ ਹੋਰ ਟੈਸਟ ਐਕਸਟਰਾ ਕਰਾਉਣੇ ਪੈਂਦੇ, ਜਿੱਦਾਂ MRI ਜਾਂ CT ਸਕੈਨ ਕਰਾਉਣਾ ਪੈਂਦਾ। ਇਹ ਸਭ ਟੈਸਟ ਕਰਕੇ ਤੁਹਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਦਾ ਅਰਥਰਾਈਟਿਸ ਹੈ ਤੁਹਾਨੂੰ, ਔਰ ਕਿਹੜੀ ਸਟੇਜ ਵਿੱਚ ਹੈਗਾ। ਉਹਦੇ ਬਾਅਦ ਆਉਂਦੀ ਹੈ ਰੋਲ ਕਿ ਹੁਣ ਨੈਕਸਟ ਸਟੈਪ ਕੀ ਹੈ। ਨੈਕਸਟ ਸਟੈਪ ਹੁੰਦਾ ਕਿ ਕੁਝ ਮੈਡੀਕੇਸ਼ਨਸ ਹੈਗੀਆਂ ਜਿਹੜੀ ਕਿ ਲੈਣੀ ਪੈਂਦੀਆਂ, ਗਠੀਏ ਵਿੱਚ ਲੰਬੇ ਟਾਈਮ ਵਾਸਤੇ ਲੈਣੀ ਪੈਂਦੀਆਂ,
ਤੇ ਆਸਟੀਓਆਰਥਰਾਈਟਿਸ ਵਿੱਚ ਥੋੜਾ ਕਮ ਟਾਈਮ ਵਾਸਤੇ ਲੈਣੀ ਪੈਂਦੀ ਹੈ ਔਰ ਵਿੱਚ ਤੁਹਾਨੂੰ ਪੇਨ ਕਿਲਰਸ ਵੀ ਲੈਣੇ ਪੈਂਦੇ ਦਰਦ ਦੀ ਗੋਲੀਆਂ ਵੀ ਲੈਣੀ ਪੈਂਦੀਆਂ ਪਰ ਮੇਰੀ ਐਡਵਾਈਸ ਇਹ ਹੈ ਕਿ ਅਗਰ ਕਈ ਵਾਰੀ ਕੀ ਹੁੰਦਾ ਕਿ ਮਰੀਜ਼ ਡਾਕਟਰ ਕੋਲ ਚਲੇ ਜਾਂਦੇ ਇੱਕ ਵਾਰੀ ਲਿਖਵਾ ਲੈਂਦੇ ਮੈਡੀਸਨ ਔਰ ਸਾਰੀ ਉਮਰ ਉਹੀ ਲੈਂਦੇ ਰਹਿੰਦੇ ਆ ਤੇ ਕਿਉਂ ਨਾ ਤੇ ਇਹ ਅਵੋਇਡ ਕਰਨਾ ਚਾਹੀਦਾ ਮੈਡੀਸਿਨਸ ਜਿਹੜੀ ਡਾਕਟਰ ਪ੍ਰੈਸਕ੍ਰਾਈਬ ਕਰਦਾ ਉਤਨੀ ਮੈਡੀਸਨ ਲਓ ਕਿਉਂਕਿ ਕੁਝ ਮੈਡੀਸਨ ਦੇ ਸਾਈਡ ਇਫੈਕਟ ਵੀ ਬਹੁਤ ਹੁੰਦੇ ਆ ਨਾਲ ਤੁਸੀਂ ਗੱਲ ਕਰ ਰਹੇ ਸੀ ਫਿਜ਼ੀਓਥੈਰੇਪੀ ਦੀ ਫਿਜ਼ੀਓਥੈਰੇਪੀ ਦਾ ਰੋਲ ਬਹੁਤ ਵਧੀਆ ਹੈਗਾ ਕਿਸੇ ਵੀ ਜੁਆਇੰਟ ਪੇਨ ਵਿੱਚ ਚਾਹੇ ਉਹ ਰੀੜ੍ਹ ਦੀ ਹੱਡੀ ਦੇ ਜੁਆਇੰਟ ਪੇਨਸ ਹੋ ਚਾਹੇ ਗੋਡਿਆਂ ਦੇ ਹੋ ਚਾਹੇ ਚੂਲੇ ਦੇ ਹੋਏ ਹੱਥਾਂ ਦੇ ਅਗਰ ਫਿਜ਼ੀਓਥੈਰੇਪੀ ਨਾਲ ਤੁਹਾਡੀ ਜੁਆਇੰਟ ਦੀ ਮੋਬਿਲਿਟੀ ਵੱਧਦੀ ਹੈ ਉਹਨੂੰ ਨਿਊਟ੍ਰੀਸ਼ਨ ਮਿਲਦੀ ਹੈ ਔਰ ਤੁਹਾਡੀ ਮੂਵਮੈਂਟਸ ਵੱਧਦੀ ਹੈ ਤੇ ਅਰਲੀ ਸਟੇਜ ਵਿੱਚ ਅਗਰ ਐਕਸਰਸਾਈਜ਼ ਕਰੋਗੇ ਤੇ ਅੱਗੇ ਵਧਣ ਦੀ ਸਪੀਡ ਜੁਆਇੰਟ ਖਰਾਬ ਹੋਣ ਦੀ ਸਪੀਡ ਕਾਫੀ ਕਮ ਹੋ ਜਾਂਦੀ ਹੈ ਪਰ ਫਿਜ਼ੀਓਥੈਰੇਪੀ ਵੀ ਤੁਹਾਨੂੰ ਅੰਡਰ ਗਾਈਡੈਂਸ ਕਰਾਉਣੀ ਚਾਹੀਦੀ ਇਹ ਨਹੀਂ ਹੈ ਕਿ ਹਰ ਕੋਈ ਆਪਣੇ ਆਪ ਫਿਜ਼ੀਓਥੈਰੇਪੀ ਦੇ ਕੇ ਅੱਜਕੱਲ੍ਹ ਦੇਖੇ ਕਿ ਟੀਵੀ ਤੇ ਦੇਖ ਲੈਂਦੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੰਦੇ ਆ ਵਿਦਆਊਟ ਗਾਈਡੈਂਸ ਤੇ ਹਰ ਇੱਕ ਬੰਦੇ ਦੇ ਸਰੀਰ ਨੂੰ ਅਲੱਗ ਤਰ੍ਹਾਂ ਦੀ ਫਿਜ਼ੀਓਥੈਰੇਪੀ ਚਾਹੀਦੀ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਰੋਲ ਚਾਹੀਦਾ ਤੇ ਉਹ ਫਿਜ਼ੀਓਥੈਰੇਪਿਸਟ ਨੂੰ ਮਿਲਣ ਆਪਣੇ ਡਾਕਟਰ ਨੂੰ ਮਿਲਣ ਉਹਦੀ ਗਾਈਡੈਂਸ ਦੇ ਅੰਦਰ ਫਿਜ਼ੀਓਥੈਰੇਪੀ ਕਰਾਉਣ ਅੱਛਾ ਡਾਕਟਰ ਸਾਹਿਬ ਜੇਕਰ ਮੈਂ ਗੱਲ ਕਰਾਂ ਜੁਆਇੰਟਸ ਦੇ ਦਰਦਾਂ ਦੀ ਹੈ ਨਾ ਕਈ ਵਾਰੀ ਆਪਾਂ ਬਹੁਤ ਲੋਕਾਂ ਤੋਂ ਸੁਣਿਆ ਹੁੰਦਾ ਕਿ ਕਹਿੰਦੇ ਕਿ ਗੋਡਿਆਂ ਦੇ ਵਿੱਚ ਗੈਪ ਆ ਗਿਆ ਜਾਂ ਕਹਿ ਦਿੰਦੇ ਕਿ ਹੱਡੀਆਂ ਖੁਰਨੀਆਂ ਸ਼ੁਰੂ ਹੋ ਗਈਆਂ ਸੋ ਇਹ ਕਿਹੜੀਆਂ ਚੀਜ਼ਾਂ ਨੇ ਕਿ ਗੈਪ ਆ ਜਾਂਦਾ ਜਾਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਗੋਡਿਆਂ ਵਿੱਚ ਗੈਪ ਦਾ ਮਤਲਬ ਕੀ ਹੁੰਦਾ ਗੋਡੇ ਦੇ ਮਤਲਬ ਗੈਪ ਹੁੰਦਾ ਇੱਕ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਦੱਸਦਾ ਇਹ ਸਾਡਾ ਜਿੱਦਾਂ ਨੀ ਜੁਆਇੰਟ ਹੈਗਾ ਇੱਥੇ ਇਹਦੇ ਵਿੱਚ ਖਾਲੀ ਜਗ੍ਹਾ ਹੁੰਦੀ ਹੈ ਤੁਹਾਨੂੰ ਤੁਸੀਂ ਦੇਖੋਗੇ ਇੱਥੇ ਖਾਲੀ ਜਗ੍ਹਾ ਹੈਗੀ ਹੈ ਇਹ ਜਦ ਇਹ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਤੇ ਇਹ ਕਾਰਟਲੇਜ ਜਿਹੜਾ ਇਹਨੂੰ ਕਾਰਟਲੇਜ ਕਹਿੰਦੇ ਜਿਹੜੇ ਦਾ ਕਵਰ ਹੁੰਦਾ ਹੈ ਇਹ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਇੱਥੇ ਦੇਖ ਰਹੇ ਹੋ ਥੋੜਾ ਖਰਾਬ ਹੈਗਾ ਇੱਥੇ ਬਹੁਤ ਖਰਾਬ ਹੈ ਇੱਥੇ ਬਿਲਕੁਲ ਹੀ ਸਾਰਾ ਕਵਰ ਖਤਮ ਹੋ ਗਿਆ ਤੇ ਹੱਡੀ ਦੇ ਨਾਲ ਹੱਡੀ ਲੱਗ ਗਈ ਹੈ ਚਿਪਕ ਗਈ ਹੈ ਨਾਲ ਤੇ ਇਹਨੂੰ ਕਹਿੰਦੇ ਆ ਲਾਸਟ ਸਟੇਜ ਤੇ ਫਰਸਟ ਸੈਕਿੰਡ ਥਰਡ ਫੋਰਥ ਸਟੇਜ ਵਿੱਚ ਜਿਹੜਾ ਅੰਦਰ ਸਾਡੀ ਵਾਸ਼ਲ ਹੁੰਦੀ ਹੈ ਗਰੀਜ਼ ਹੁੰਦੀ ਹੈ ਔਰ ਜਿਹੜਾ ਕਾਰਟਲੇਜ ਹੁੰਦਾ ਉਹ ਖਰਾਬ ਹੋ ਜਾਂਦਾ ਹੈ ਤੇ ਹੱਡੀ ਦੇ ਨਾਲ ਹੱਡੀ ਰਗੜ ਖਾਣੀ ਸ਼ੁਰੂ ਹੋ ਜਾਂਦੀ ਹੈ ਸਾਨੂੰ ਇਦਾਂ ਲੱਗਦਾ ਜਿੱਦਾਂ ਕਲਚ ਦੀ ਆਵਾਜ਼ ਆ ਰਹੀ ਹੈ ਤੁਹਾਡੀ ਆਪਸ ਵਿੱਚ ਰਗੜ ਖਾਂਦੀ ਹੈ ਲੱਗਦਾ ਕਿ ਗੋਡਾ ਫਸ ਗਿਆ ਹੈ ਉਹ ਲਾਸਟ ਸਟੇਜ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਕਿ ਤੁਹਾਡੇ ਗੋਡੇ ਹੁਣ ਲਾਸਟ ਸਟੇਜ ਤੇ ਪਹੁੰਚ ਗਿਆ ਹੁਣ ਦਵਾਈਆਂ ਅਸਰ ਨਹੀਂ ਕਰਨਗੀਆਂ ਤੁਹਾਨੂੰ ਕੋਈ ਨਾ ਕੋਈ ਸਟੈਪ ਅੱਗੇ ਲੈਣਾ ਚਾਹੀਦਾ ਪਰ ਅੱਜਕੱਲ੍ਹ ਮੈਡੀਸਨ ਸ਼ੁਰੂਆਤੀ ਵਿੱਚ ਤੌਰ ਵਿੱਚ ਅਗਰ ਇਹਨੂੰ ਪਕੜ ਲਿੱਤਾ ਜਾਏ ਤਾਂ ਉਹ ਸਟੇਜ ਪਹੁੰਚਣ ਤੋਂ ਆਪਾਂ ਨੂੰ ਰੋਕ ਸਕਦੇ ਹਾਂ ਡਾਕਟਰ ਸਾਹਿਬ ਇਹਨਾਂ ਦੇ ਕਾਰਨ ਕੀ ਹੁੰਦੇ ਨੇ ਕਿ ਕਿਵੇਂ ਇਹ ਜਿਹੜਾ ਇਹ 4th ਸਟੇਜ ਤੱਕ ਪਹੁੰਚ ਜਾਂਦੇ ਨੇ ਸ਼ੁਰੂਆਤ ਹੀ ਕਿਹਨਾਂ ਕਾਰਨਾਂ ਤੋਂ ਹੁੰਦੀ ਹੈ ਕੀ ਸਿੰਪਟਮਸ ਹੁੰਦੇ ਨੇ ਇਹ ਬਿਮਾਰੀ ਦਾ ਨਾਮ ਆਸਟੀਓਆਰਥਰਾਈਟਿਸ ਹੈਗਾ ਇਹ ਏਜ ਰਿਲੇਟਡ ਚੇਂਜਸ ਹੈ ਇਹ ਸਭ ਨੂੰ ਹੋਣੀ ਹੈ ਇੱਕ ਲਾਈਫ ਟਾਈਮ ਵਿੱਚ ਕਿਧਰੇ ਨਾ ਕਿਧਰੇ ਕਿਹਨੂੰ ਜ਼ਿਆਦਾ ਹੁੰਦੀ ਹੈ ਮੈਂ ਦੱਸਿਆ ਤੁਹਾਨੂੰ ਜਿਨ੍ਹਾਂ ਦਾ weight ਜ਼ਿਆਦਾ ਹੈਗਾ ਜਿਨ੍ਹਾਂ ਨੂੰ ਹੈਰੀਡਿਟਰੀ ਪ੍ਰੋਬਲਮ ਹੈਗੀ ਇਹਦੀ ਜਿਹੜੇ ਆਪਣੇ ਜੁਆਇੰਟ ਦੀ ਕੇਅਰ ਨਹੀਂ ਕਰਦੇ ਲੰਬੇ ਟਾਈਮ ਖੜੇ ਰਹਿੰਦੇ ਆ ਹੈ ਨਾ ਸਟ੍ਰੈਸਫੁਲ ਐਕਟੀਵਿਟੀਜ਼ ਕਰਦੇ ਆ ਜੰਪਿੰਗ ਕਰਦੇ ਆ ਜਿੱਦਾਂ ਸਪੋਰਟਸਮੈਨ ਹੁੰਦੇ ਆ ਸਾਡੇ ਉਹਨਾਂ ਵਿੱਚ ਅਰਥਰਾਈਟਿਸ ਜਿੱਦਾਂ ਏਜ ਵਧਦੀ ਹੈ ਜ਼ਿਆਦਾ ਕਾਮਨ ਹੋ ਜਾਂਦਾ ਹੈ ਜਾਂ ਓਵਰਵੇਟ ਹੈਗੇ ਜਿਹੜੇ ਲੋਕ ਜਿੱਦਾਂ ਤੁਸੀਂ ਕਿਸੇ ਦੀ ਜੌਬ ਇੱਦਾਂ ਜਿਹਨੂੰ ਜ਼ਿਆਦਾ ਦੇਰ ਖੜੇ ਰਹਿਣਾ ਪੈਂਦਾ ਹੈ ਇਹ ਚੀਜ਼ ਹੈ ਬਾਕੀ ਨਾਲ ਅਗਰ ਤੁਹਾਡੀ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਹੈਗੀ ਹੈ ਤੁਹਾਡਾ ਡਾਈਟ ਅੱਛੀ ਨਹੀਂ ਹੈਗੀ ਤੇ ਇਹ ਸਾਰੀ ਚੀਜ਼ਾਂ ਫਿਰ ਜਿਹੜਾ ਜੋੜਾਂ ਨੂੰ ਖਰਾਬ ਕਰਦੀ ਹੈ ਅੱਛਾ ਡਾਕਟਰ ਸਾਹਿਬ ਕੈਲਸ਼ੀਅਮ ਦੀ ਕਮੀ ਦੀ ਗੱਲ ਆਈ ਹੈ ਤਾਂ ਬਹੁਤ ਲੋਕਾਂ ਤੋਂ ਸੁਣਿਆ ਹੋਏਗਾ ਕਿ ਮੈਂ ਵੀ ਸੁਣਿਆ ਸਾਰਿਆਂ ਨੇ ਸੁਣਿਆ ਹੈਗਾ ਕਿ ਡਾਕਟਰ ਜਦੋਂ ਕਹਿੰਦੇ ਨੇ ਕਿ ਕੈਲਸ਼ੀਅਮ ਦੀ ਕਮੀ ਆਉਣੀ ਜਿਹੜੀ ਹੈ ਤੁਹਾਡੇ 'ਚ ਸ਼ੁਰੂ ਹੋ ਗਈ ਹੈ ਸੋ ਕੈਲਸ਼ੀਅਮ ਦੀ ਕਮੀ ਕਿਵੇਂ ਕਿ ਉਹ ਸਾਡੀ ਡਾਈਟ ਦੇ ਵਿੱਚ ਕੋਈ ਘਾਟ ਹੁੰਦੀ ਹੈ ਜਾਂ ਫਿਰ ਠੀਕ ਹੈ ਸਾਡੀ ਬਾਡੀ ਨੂੰ ਇੱਕ ਪਰਟੀਕੂਲਰ ਰਿਕੁਆਇਰਮੈਂਟ ਹੁੰਦੀ ਹੈ ਡੇਲੀ ਰਿਕੁਆਇਰਮੈਂਟ ਕੈਲਸ਼ੀਅਮ ਦੀ ਵਿਟਾਮਿਨ ਡੀ ਦੀ ਤਾਂ ਕਿਸੇ ਵੀ ਚੀਜ਼ ਦੀ ਚਾਹੇ ਵਿਟਾਮਿਨ ਸੀ ਹੋ ਵਿਟਾਮਿਨ ਡੀ ਹੋ ਹੈ ਨਾ ਮੈਗਨੀਸ਼ੀਅਮ ਹੋ ਜ਼ਿੰਕ ਹੋ ਕੋਈ ਦੀ ਰਿਕੁਆਇਰਮੈਂਟ ਚਾਹੀਦੀ ਹੈ ਉਹਦੀ ਰਿਕੁਆਇਰਮੈਂਟ ਤੋਂ ਅਗਰ ਸਾਨੂੰ ਕਮ ਕੈਲਸ਼ੀਅਮ ਮਿਲੇਗੀ ਤਾਂ ਕੀ ਹੁੰਦਾ ਫਿਰ ਹੱਡੀਆਂ ਭੁਰਨੀ ਸ਼ੁਰੂ ਹੁੰਦੀ ਹੈ ਹੱਡੀਆਂ ਤੋਂ ਕੈਲਸ਼ੀਅਮ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਹੱਡੀਆਂ ਇਹਨੂੰ ਆਸਟੀਓਪੋਰੋਸਿਸ ਕਹਿੰਦੇ ਠੀਕ ਹੈ ਇਹਨੂੰ ਬੱਚਿਆਂ ਵਿੱਚ ਇਹਨੂੰ ਆਸਟੀਓਮਲੇਸ਼ੀਆ ਕਹਿੰਦੇ ਵੱਡਿਆਂ ਵਿੱਚ ਇਹਨੂੰ ਆਸਟੀਓਪੋਰੋਸਿਸ ਕਹਿੰਦੇ ਹੱਡੀਆਂ ਭੁਰਨੀ ਸ਼ੁਰੂ ਹੋ ਜਾਂਦੀ ਹੈ ਫਿਰ ਅਗਰ ਹੱਡੀਆਂ ਬਹੁਤ ਜ਼ਿਆਦਾ ਭੁਰ ਜਾਣ ਤੇ ਉਹ ਫਿਰ ਉਹਦੇ ਨਾਲ ਫਿਰ ਫ੍ਰੈਕਚਰ ਹੋਣ ਦਾ ਡਰ ਰਹਿੰਦਾ ਹੈ ਹੱਡੀ ਟੁੱਟਣ ਦਾ ਡਰ ਰਹਿੰਦਾ ਹੈ ਤੁਹਾਡੇ ਜੋੜ ਜ਼ਿਆਦਾ ਜਲਦੀ ਘਸਣੇ ਸ਼ੁਰੂ ਹੋ ਜਾਂਦੇ ਆ ਤੇ ਇਹਨੂੰ ਆਸਟੀਓਪੋਰੋਸਿਸ ਕਹਿੰਦੇ ਇਹ ਸਭ ਦੇ ਵਿੱਚ ਹੁੰਦੀ ਪਰ ਜਿੱਦਾਂ ਮੈਂ ਦੱਸ ਰਿਹਾ ਸੀ ਫੀਮੇਲਸ ਵਿੱਚ ਜ਼ਿਆਦਾ ਕਾਮਨ ਹੁੰਦੀ ਹੈ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ 4th ਸਟੇਜ ਤੇ ਤੁਸੀਂ ਕਹਿੰਦੇ ਹੋ ਕਿ ਕੋਈ ਸਟੈਪ ਚੱਕਣਾ ਪੈ ਸਕਦਾ ਕਿਉਂਕਿ ਬਹੁਤ ਹੱਦ ਤੱਕ ਸਾਡੀ ਜਿਹੜਾ ਨੀ ਦੇ ਵਿੱਚ ਜੁਆਇੰਟਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਸੋ ਕਿਹੜੇ ਸਟੈਪਸ ਜਿਹੜੇ ਨੇ ਸਾਨੂੰ ਸਰਜਰੀ ਨੂੰ ਅਪਣਾਉਣਾ ਪੈਂਦਾ ਹੈ ਜਾਂ ਫਿਰ ਕਿਹੜੇ ਸਟੈਪ ਜਿਹੜੇ ਨੇ ਸਾਨੂੰ ਚੱਕਣੇ ਪੈਂਦੇ ਇਸ ਤੋਂ ਪਹਿਲੇ ਜਿਹੜੀ ਜੁਆਇੰਟ ਰਿਪਲੇਸਮੈਂਟ ਤੁਸੀਂ ਗੱਲ ਕਰ ਰਹੇ ਹੋ ਜੋੜ ਬਦਲਣਾ ਤੇ ਲਾਸਟ ਤੇ ਹੈਗਾ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਕਮ ਲੋਕਾਂ ਨੂੰ ਲੋੜ ਪੈਂਦੀ ਹੈ ਅਗਰ ਆਪਣੀ ਕੇਅਰ ਕਰਦੇ ਰਹਿਣ ਇਸ ਤੋਂ ਪਹਿਲੇ ਵੀ ਕਈ ਇਲਾਜ ਹੈਗੇ ਅੱਜਕੱਲ੍ਹ ਗਰੀਸ ਦੇ ਟੀਕੇ ਆ ਗਏ ਜਿਹੜੇ ਆਪਾਂ ਕਹਿੰਦੇ ਹਾਂ ਕਿ ਗਰੀਸ ਦੇ ਟੀਕੇ ਲੱਗ ਜਾਂਦੇ ਆ ਇਹ ਹਾਈਲੂਰੋਨਿਕ ਐਸਿਡ ਦੇ ਟੀਕੇ ਹੁੰਦੇ ਜੁਆਇੰਟ ਦੇ ਵਿੱਚ ਇੱਕ ਉਹ ਲੂਬਰੀਕੇਸ਼ਨ ਕਰ ਦਿੰਦੇ ਆ ਤੇ ਕਾਰਟਿਲੇਜ ਖਰਾਬ ਉਹਨੂੰ ਵੀ ਰਿਪੇਅਰ ਕਰਦੇ ਆ ਸੈਕਿੰਡ ਹੈ ਦੂਰਬੀਨ ਨਾਲ ਸਰਜਰੀ ਕਈਆਂ ਦੀ ਕੀ ਹੁੰਦਾ ਹੈ ਕਿ ਜੋੜਾਂ ਦੇ ਵਿੱਚ ਛੋਟੀ ਮੋਟੀ ਝਿੱਲੀ ਫਟ ਜਾਂਦੀ ਹੈ ਔਰ ਰਗੜ ਖਾਣੀ ਸ਼ੁਰੂ ਕਰ ਦਿੰਦੀ ਹੈ ਜਿਹੜਾ ਕਿ ਅਰਥਰਾਈਟਿਸ ਨੂੰ ਵਧਾ ਸਕਦੀ ਹੈ ਤੇ ਇਹ ਜਿਹੜੀ ਦੂਰਬੀਨ ਨਾਲ ਸਰਜਰੀ ਹੈ ਇਹ ਉਹਨੂੰ ਰੋਕ ਸਕਦੀ ਹੈ ਇੱਕ ਹੋਰ ਹੁੰਦਾ ਕਈਆਂ ਦੇ ਦੇਖਣ ਤੁਸੀਂ ਹੱਡੀ ਗੋਡੇ ਟੇਢੇ ਹੋ ਜਾਂਦੇ ਆ ਬੈਂਡ ਹੋ ਜਾਂਦੇ ਆ ਅਗਰ ਉਹਨੂੰ ਅਰਲੀ ਸਟੇਜ ਵਿੱਚ ਪਕੜ ਲਿੱਤਾ ਜਾਏ ਤਾਂ ਜ਼ਰੂਰੀ ਨਹੀਂ ਹੈ ਜੋੜ ਬਦਲਣਾ ਪੈਂਦਾ ਹੈ
ਉਹਦੀ ਅਲਾਈਨਮੈਂਟ ਠੀਕ ਕਰਕੇ ਵੀ ਉਹਨੂੰ ਆਪਾਂ ਜੋੜ ਬਦਲਣ ਤੋਂ ਬਚਾ ਸਕਦੇ ਹਾਂ। ਇਹ ਵੀ ਇੱਕ ਤਰ੍ਹਾਂ ਦੀ ਸਰਜਰੀ ਹੁੰਦੀ ਹੈ ਜਿਹਦੇ ਵਿੱਚ ਆਪਾਂ ਹੱਡੀ ਨੂੰ ਕੱਟ ਕੇ ਸਿੱਧਾ ਕਰਦੇ ਹਾਂ ਤੇ ਪੇਸ਼ੈਂਟ ਨੂੰ ਇੱਕ ਨੋਰਮਲ ਅਲਾਈਨਮੈਂਟ ਦੇ ਦਿੰਦੇ ਹਾਂ ਗੋਡਿਆਂ ਦੀ। ਤੇ ਅਗਰ ਬਿਲਕੁਲ ਹੀ ਫਰਕ ਨਾ ਪਏ ਫਿਰ ਲਾਸਟ ਸਟੇਜ ਹੁੰਦੀ ਹੈ ਰਿਪਲੇਸਮੈਂਟ, ਜਿਹੜਾ ਕਿ ਲੋੜ ਪੈਂਦੀ ਹੈ। ਔਰ ਇਹ ਰਿਪਲੇਸਮੈਂਟ ਕਿਸੇ ਮਤਲਬ ਇਹ ਨੋਰਮਲੀ ਆਪਾਂ ਕਰਦੇ ਪ੍ਰੈਫਰ ਕਰਦੇ ਹਾਂ ਕਿ ਜਿੰਨੇ ਤੁਸੀਂ ਆਪਣੇ ਗੋਡੇ ਚਲਾ ਸਕੋ ਚਲਾਓ, ਅਗਰ ਨਹੀਂ ਚਲਾ ਸਕੋ ਫਿਰ ਇਹਨੂੰ ਰਿਪਲੇਸ ਕਰੋ। ਅੱਛਾ ਡਾਕਟਰ ਸਾਹਿਬ, ਰਿਪਲੇਸਮੈਂਟ ਦੀ ਗੱਲ ਆਈ ਹੈ ਤਾਂ ਅਸੀਂ ਰਿਪਲੇਸਮੈਂਟ ਬਾਰੇ ਵੀ ਜਿਹੜਾ ਗੱਲਬਾਤ ਜ਼ਰੂਰ ਕਰ ਲਾਂਗੇ। ਸੋ ਜਦੋਂ ਕਿਹੜੀਆਂ ਜਦੋਂ ਹੁਣ ਤੁਸੀਂ ਕਿਹਾ ਕਿ ਬਹੁਤ ਸਾਰੇ ਗਰੀਸ ਦੇ ਇੰਜੈਕਸ਼ਨ ਵੀ ਆ ਗਏ ਨੇ ਜਾਂ ਬਹੁਤ ਸਾਰੀਆਂ ਮੈਡੀਸਨ ਆ ਗਈਆਂ ਨੇ ਜਿਨ੍ਹਾਂ ਕਾਰਨ ਇਲਾਜ ਹੈ ਨਾ ਹੋ ਜਾਂਦਾ ਹੈ। ਸੋ ਕਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਪੇਸ਼ੈਂਟ ਦੇ ਜਿਹੜੇ ਗੋਡਿਆਂ ਦੀ ਰਿਪਲੇਸਮੈਂਟ ਕਰ ਲੈਣੀ ਚਾਹੀਦੀ ਆ? ਪੇਸ਼ੈਂਟ ਅਗਰ ਤੁਹਾਡੇ ਕੋਲ ਕਿਸੇ ਵੀ ਪੇਸ਼ੈਂਟ ਨੂੰ ਅਗਰ ਇਹ 4-5 ਚੀਜ਼ਾਂ ਦੀ ਪ੍ਰੋਬਲਮ ਹੈ, ਅਗਰ ਉਹਦੇ ਗੋਡੇ ਇਤਨੀ ਜ਼ਿਆਦਾ ਦਰਦ ਹੋ ਰਹੀ ਹੈ ਕਿ ਰੋਜ਼ ਉਹਨੂੰ ਪੇਨ ਕਿਲਰ ਖਾਣੀ ਪੈ ਰਹੀ ਹੈ, ਜਿੱਦਾਂ ਬੈਠ ਕੇ ਉੱਠਣ ਵੇਲੇ ਇਤਨਾ ਦਰਦ ਹੁੰਦਾ ਹੈ ਕਿ ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ, ਔਰ ਤੁਹਾਨੂੰ ਲੱਗਦਾ ਹੈ ਕਿ ਗੋਡੇ ਦੇ ਅੰਦਰ ਤੁਹਾਡੀ ਰਗੜ ਖਾ ਰਹੀ ਹੈ ਕੋਈ ਚੀਜ਼, ਤੁਹਾਡੀ ਲੌਕਿੰਗ ਹੋ ਰਹੀ ਹੈ, ਤੁਹਾਡਾ ਗੋਡਾ ਫਸ ਰਿਹਾ ਹੱਡੀ ਦੇ ਨਾਲ ਹੱਡੀ ਲੱਗ ਰਹੀ ਹੈ ਔਰ ਆਵਾਜ਼ ਆ ਰਹੀ ਹੈ ਗੋਡੇ ਤੋਂ, ਰਾਤ ਨੂੰ ਸੁੱਤੇ ਸੁੱਤੇ ਤੁਹਾਡੀ ਨੀਂਦ ਖੁੱਲ ਰਹੀ ਹੈ, ਜਾਂ ਗੋਡੇ ਤੁਹਾਡੇ ਇਤਨੇ ਬੈਂਡ ਹੋ ਗਏ ਹੈ ਕਿ ਤੁਹਾਨੂੰ ਸਪੋਰਟ ਲੈਣ ਦੀ ਲੋੜ ਪੈ ਰਹੀ ਹੈ, ਆਪਣੇ ਇਕੱਲੇ ਨਹੀਂ ਚੱਲ ਪਾਉਂਦੇ ਹੋ ਤੁਸੀਂ, ਤੁਹਾਨੂੰ ਹਮੇਸ਼ਾ ਸਪੋਰਟ ਦਾ ਰੂਟੀਨ ਐਕਟੀਵਿਟੀ ਤੁਹਾਨੂੰ ਲੋੜ ਚਾਹੀਦੀ ਕਿ ਕੋਈ ਨਾ ਕੋਈ ਹੈਲਪ ਕਰੇ, ਤਾਂ ਮਤਲਬ ਤੁਹਾਡੇ ਜੁਆਇੰਟ ਕਾਫੀ ਖਰਾਬ ਹੋ ਚੁੱਕੇ ਹੈ। ਤਾਂ ਉਸ ਕੇਸ ਵਿੱਚ ਜਿਹੜਾ ਹੈ ਤੇ ਇਹਨੂੰ ਜੋੜ ਬਦਲਣ ਦੀ ਲੋੜ ਪੈ ਸਕਦੀ ਹੈ। ਜੀ ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਿਆ ਕਿ ਜੁਆਇੰਟ ਰਿਪਲੇਸਮੈਂਟ ਦੀ ਕਦੋਂ ਲੋੜ ਪੈਂਦੀ ਹੈ। ਸੋ ਬੇਸਿਕਲੀ ਆਪਾਂ ਪਹਿਲਾਂ ਵਿਊਅਰਸ ਨੂੰ ਇਹ ਵੀ ਕਲੀਅਰ ਕਰ ਦਈਏ ਕਿ ਜੁਆਇੰਟ ਰਿਪਲੇਸਮੈਂਟ ਹੁੰਦੀ ਕੀ ਹੈ। ਦੇਖੋ, ਕਿਸੇ ਵੀ ਜੁਆਇੰਟ ਅਗਰ ਤੁਹਾਨੂੰ ਅਰਥਰਾਈਟਿਸ ਹੈ, ਤੁਹਾਡਾ ਜੁਆਇੰਟ ਲਾਸਟ ਸਟੇਜ ਤੇ ਪਹੁੰਚ ਗਿਆ ਹੈ, ਜਿੱਦਾਂ ਮੈਂ ਦੱਸਿਆ ਕਿ ਜਿਹੜੀ ਸਿੰਪਟਮਸ ਵਿੱਚ ਤਾਂ ਪੇਸ਼ੈਂਟ ਨੂੰ ਇਹ ਪ੍ਰੋਬਲਮ ਆ ਰਹੀ ਹੈ ਔਰ ਪੇਸ਼ੈਂਟ ਦੀ ਲਾਈਫ ਇਤਨੀ ਹੋ ਗਈ ਕਿ ਆਪਣੇ ਕੰਮ ਨਹੀਂ ਕਰ ਪਾ ਰਿਹਾ, ਮਤਲਬ ਉਹਦੀ ਲਾਈਫ ਬਿਲਕੁਲ ਬੈਡ ਰਿਡਨ ਹੋ ਗਈ ਹੈ, ਤੇ ਉਸ ਟਾਈਮ 'ਤੇ ਜੁਆਇੰਟ ਰਿਪਲੇਸਮੈਂਟ ਪਾਉਂਦੇ, ਆਰਟੀਫਿਸ਼ੀਅਲ ਜੁਆਇੰਟ ਪਾਉਂਦੇ ਆ, ਜਿਹੜਾ ਇੱਕ ਕੁਦਰਤੀ ਜੁਆਇੰਟ ਹੈ ਉਹਨੂੰ ਬਦਲ ਕੇ ਆਪਾਂ ਆਰਟੀਫਿਸ਼ੀਅਲ ਜੁਆਇੰਟ ਪਾਉਂਦੇ ਹਾਂ, ਜਿਹੜਾ ਕਿ ਖਾਸ ਮਟੀਰੀਅਲ ਦਾ ਬਣਿਆ ਹੁੰਦਾ ਹੈ, ਜਿਹਨਾਂ ਕਈ ਤਰ੍ਹਾਂ ਦੇ ਮਟੀਰੀਅਲ ਹੁੰਦੇ ਆ, ਕੋਬਾਲਟ, ਕ੍ਰੋਮੀਅਮ, ਆਕਸੀਨੀਅਮ, ਪੋਲੀਥਲੀਨ ਨੇ। ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਰਿਹਾ, ਸਪੋਜ਼ ਇੱਥੇ ਜਿਹੜਾ ਹੈ ਇਹਨੂੰ ਇਹ ਸਾਡਾ ਜੁਆਇੰਟ ਖਰਾਬ ਹੋ ਗਿਆ ਤੇ ਜਦ ਆਪਾਂ ਜੁਆਇੰਟ ਰਿਪਲੇਸ ਕਰਦੇ ਹਾਂ ਤੇ ਇਹਨੂੰ ਕਟਿੰਗ ਕਰਦੇ ਹਾਂ ਬੋਨ ਦੀ, ਤੇ ਤੁਸੀਂ ਦੇਖ ਰਹੇ ਹੋ ਇਹ ਬੋਨ ਨੂੰ ਇਹ ਇੰਪਲਾਂਟ ਜਿਤਨੀ ਕਰ ਸਾਡੀ ਗੰਦੀ ਹੱਡੀ ਹੁੰਦੀ ਹੈ ਉਹਨੂੰ ਇਹ ਇੱਕ ਤਰ੍ਹਾਂ ਦੇ ਕੱਟ ਕਰਦੇ ਆ ਮਸ਼ੀਨਸ ਦੇ ਨਾਲ, ਉਹਦੀ ਜਗ੍ਹਾ ਤੇ ਉੱਪਰ ਵਾਲੀ ਹੱਡੀ ਵਿੱਚ ਇਹਨੂੰ ਇਹ ਪਾਰਟ ਫਿੱਟ ਕਰ ਦਿੰਦੇ ਆ ਤੇ ਨੀਚੇ ਵਾਲੀ ਹੱਡੀ ਵਿੱਚ ਨੀਚੇ ਵਾਲਾ ਪਾਰਟ ਫਿੱਟ ਕਰ ਦਿੰਦੇ ਇਹਨੂੰ। ਇਹ ਦੇਖ ਲਿਓ ਤੇ ਇਹਨੂੰ ਇੱਕ ਖਾਸ ਤਰ੍ਹਾਂ ਦਾ ਸੀਮੈਂਟ ਹੁੰਦਾ ਹੈ ਹੱਡੀ ਦਾ, ਜਿਹਨੂੰ ਬੋਨ ਸੀਮੈਂਟ ਕਹਿੰਦੇ ਆ, ਉਹਦੇ ਨਾਲ ਬੋਨ ਸੀਮੈਂਟ ਨਾਲ ਇਹਨੂੰ ਚਿਪਕਾ ਦਿੰਦੇ ਆ ਨੀਚੇ ਤੇ ਇਹਨੂੰ ਰਿਡਿਊਸ ਕਰ ਦਿੰਦੇ ਆ, ਫਿਰ ਇਹਨੂੰ ਜੁਆਇੰਟ ਰਿਪਲੇਸਮੈਂਟ ਕਰਾਉਂਦੇ ਆ। ਇੱਦਾਂ ਦੇ ਇਹ ਹਿਪ ਜੁਆਇੰਟ ਵਿੱਚ ਵੀ ਹੁੰਦਾ ਹੈ, ਚੂਲੇ ਵਿੱਚ ਤੁਸੀਂ ਦੇਖ ਰਹੇ ਹੋ ਚੂਲੇ ਦਾ ਜੁਆਇੰਟ ਹੈ ਨਾ, ਇਹ ਦੇਖ ਰਹੇ ਚੂਲੇ ਦਾ ਜੁਆਇੰਟ ਹੈ, ਇਹ ਗੋਡੇ ਦੇ ਹੈ। ਅੱਜ ਕੱਲ੍ਹ ਕਾਫੀ ਜੁਆਇੰਟ ਹੋਰ ਵੀ ਬਦਲੇ ਜਾ ਰਹੇ ਹਨ, ਜਿੱਦਾਂ ਕਿ ਸ਼ੋਲਡਰ ਜੁਆਇੰਟ ਹੋ ਗਿਆ, ਐਲਬੋ ਜੁਆਇੰਟ ਹੋ ਗਿਆ, ਐਂਕਲ ਜੁਆਇੰਟ ਹੋ ਗਿਆ, ਤੇ ਕਾਫੀ ਜੋੜ ਅੱਜ ਕੱਲ੍ਹ ਬਦਲੇ ਜਾ ਰਹੇ ਆ। ਪਰ ਜਿਹੜੇ ਸਭ ਤੋਂ ਜ਼ਿਆਦਾ ਕਾਮਨ ਹੈ ਉਹ ਸਾਡੇ ਹੈਗੇ ਇੱਕ ਤੇ ਨੀ ਜੁਆਇੰਟ ਜਿਹਨੂੰ ਕਿ ਗੋਡਾ ਕਹਿੰਦੇ, ਇੱਕ ਚੂਲਾ ਜਿਹਨੂੰ ਹਿਪ ਜੁਆਇੰਟ ਕਹਿੰਦੇ, ਤੇ ਇਹ ਆਰਟੀਫਿਸ਼ੀਅਲ ਜੁਆਇੰਟ ਹੁੰਦੇ, ਜੋੜ ਬਦਲਣਾ ਇੱਕ ਆਰਟੀਫਿਸ਼ੀਅਲ ਜੁਆਇੰਟ ਪਾਉਣਾ। ਅੱਛਾ ਡਾਕਟਰ ਸਾਹਿਬ, ਕਿੰਨਾ ਕੁ ਸੇਫ ਹੁੰਦਾ ਹੈ ਜੇਕਰ ਗੱਲ ਕਰੀਏ ਰਿਪਲੇਸਮੈਂਟ ਦੀ ਤਾਂ ਆਰਟੀਫਿਸ਼ੀਅਲ ਸੀਮੈਂਟ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਟਾਈ ਕਰਨਾ, ਉਹਨਾਂ ਨੂੰ ਜੋੜਨਾ, ਸੋ ਕਿੰਨਾ, ਕਿਉਂਕਿ ਪੇਸ਼ੈਂਟ ਦੇ ਇੱਕ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਅਨਸੇਫ ਨਾ ਹੋਵੇ ਸਾਡੇ ਨਾਲ, ਸਾਡੀ ਸਿਹਤ ਨਾਲ ਖਿਲਵਾੜ ਨਾ ਹੋਵੇ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਸਾਡੀ ਐਜ਼ ਅ ਡਾਕਟਰ ਸਭ ਦੀ ਇਹ ਹੁੰਦਾ ਹੈ ਕਿ ਜਿਹੜਾ ਜਦ ਤੱਕ ਪੇਸ਼ੈਂਟ ਆਪਣਾ ਜੁਆਇੰਟ ਚਲਾ ਸਕੇ ਚਲਾਏ, ਜਿਹੜਾ ਨੈਚੁਰਲ ਜੁਆਇੰਟ ਹੈ ਜਦ ਤੱਕ ਚੱਲ ਸਕੇ ਚਲਾਉਣਾ ਚਾਹੀਦਾ, ਉਹਦੇ ਵਾਸਤੇ ਪੇਸ਼ੈਂਟ ਨੂੰ ਸਾਰੀ ਪ੍ਰੀਕਾਸ਼ਨਸ ਲੈਣੀ ਚਾਹੀਦੀ, ਮੈਡੀਸਨ ਲੈਣੀ ਚਾਹੀਦੀ। ਅਗਰ ਫਿਰ ਵੀ ਨਾ ਹੋਏ ਤੇ ਇਹ ਜਿਹੜੀ ਅੱਜ ਕੱਲ੍ਹ ਦੀ ਟੈਕਨੀਕਸ ਹੈ ਬਹੁਤ ਹੀ ਸੇਫ ਹੈ। ਇਹ ਅੱਜ ਕੱਲ੍ਹ ਜਿਹੜੀ ਟੈਕਨੀਕਸ ਆ ਗਈਆਂ, ਸਾਰੀ ਮਸ਼ੀਨਸ ਆ ਗਈਆਂ, ਸਾਡੇ ਕੋਲ ਨੈਵੀਗੇਸ਼ਨਸ ਹੈਗੀਆਂ ਜਿਹੜਾ ਕਿ ਹੈਲਪ ਕਰਦੀਆਂ ਸਾਨੂੰ ਕਿ ਜਿਹੜਾ ਆਪਾਂ ਜੁਆਇੰਟ ਰਿਪਲੇਸਮੈਂਟ ਕਰੀਏ ਬਿਲਕੁਲ ਐਕੂਰੇਟ ਪਾਈਏ। ਇਹ ਰਿਜ਼ਲਟ ਬਹੁਤ ਹੀ ਵਧੀਆ ਹੈਗੇ, ਮੋਰ ਦੈਨ 95 to 98% ਰਿਜ਼ਲਟਸ ਹੈਗੇ ਅੱਜ ਕੱਲ੍ਹ ਜੁਆਇੰਟ ਰਿਪਲੇਸਮੈਂਟ ਦੇ, ਔਰ ਇਹ ਬਹੁਤ ਹੀ ਸੇਫ ਸਰਜਰੀ ਅਗਰ ਤੁਸੀਂ ਇੱਕ ਤਰੀਕੇ ਨਾਲ ਚਲੋ। ਹਰੇਕ ਤਰੀਕੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਉਹਨੂੰ ਪਹਿਲੇ ਠੀਕ ਕਰੋ, ਉਹਨੂੰ ਕੋਈ ਇਨਫੈਕਸ਼ਨ ਹੈਗਾ ਉਹਨੂੰ ਠੀਕ ਕਰੋ, ਅਗਰ ਸ਼ੂਗਰ ਹੈ ਉਹਨੂੰ ਉਹ ਕੰਟਰੋਲ ਵਿੱਚ ਹੋਣੀ ਚਾਹੀਦੀ, ਉਹਨੂੰ ਹਾਰਟ ਦੀ ਪ੍ਰੋਬਲਮ ਉਹ ਕੰਟਰੋਲ ਵਿੱਚ ਹੋਣੀ ਚਾਹੀਦੀ, ਅਗਰ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਉਹ ਕੰਟਰੋਲ ਵਿੱਚ ਹੋਣਾ ਚਾਹੀਦਾ। ਅਗਰ ਪੇਸ਼ੈਂਟ ਨੂੰ ਮੈਡੀਕਲੀ ਫਿਟ ਕਰਕੇ ਆਪਾਂ ਆਪਰੇਸ਼ਨ ਕਰਦੇ ਹਾਂ ਇਹ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈ, ਇਹਦੇ ਨਾਲ ਪੇਸ਼ੈਂਟ ਦੀ ਲਾਈਫ ਬਿਲਕੁਲ ਚੇਂਜ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਜੇਕਰ ਮੈਂ ਗੱਲ ਕਰਾਂ ਤਾਂ ਕਿੰਨਾ ਸੌਰੀ ਹਾਂਜੀ ਓਕੇ ਅੱਛਾ ਡਾਕਟਰ ਸਾਹਿਬ, ਜੇਕਰ ਮੈਂ ਗੱਲ ਕਰਾਂ ਜਿੱਦਾਂ ਨੀ ਰਿਪਲੇਸਮੈਂਟ ਤੋਂ ਬਾਅਦ ਵੀ ਪੇਸ਼ੈਂਟ ਨੂੰ ਕੀ ਕੋਈ ਦਿੱਕਤ ਆ ਸਕਦੀ ਹੈ? ਦੇਖੋ, ਕੋਈ ਵੀ ਸਰਜਰੀ ਜਿਹੜੀ ਹੈ ਦੁਨੀਆ ਵਿੱਚ ਉਹ ਅਗਰ ਭਗਵਾਨ ਨੇ ਜਿਹੜੇ ਜੁਆਇੰਟਸ ਬਣਾਏ ਉਹ ਖਰਾਬ ਹੋ ਸਕਦੇ ਤੇ ਜਿਹੜੇ ਹਿਊਮਨ ਇੰਪਲਾਂਟ ਕਰ ਰਹੇ हैं वो भी ख़राब हो सकते हैं, डॉक्टर्स इंप्लांट कर रहे हैं ख़राब हो सकते हैं।
ਤੇ ਇਹਦੀ ਦੇਖੋ ਇਹ ਮੈਟਲ ਪਾਰਟਸ ਹੈ, ਇਹਨਾਂ ਦੀ ਲਾਈਫ ਕਹਿੰਦੇ ਕਿ ਲਾਈਫ ਇਤਨੀ ਇਹਨਾਂ ਦੀ ਕੋਈ ਲਾਈਫ ਨਹੀਂ, ਲਾਈਫ ਤਾਂ ਨਹੀਂ ਕਹਿ ਸਕਦੇ, ਪਰ ਇੱਕ ਐਵਰੇਜ ਜਿਹੜਾ ਟਾਈਮ ਕੱਢ ਲੈਂਦਾ ਹੈ, ਇੱਕ ਐਵਰੇਜ ਹਿਊਮਨ ਬੀਇੰਗ ਵਿੱਚ ਜਿਹੜਾ ਟਾਈਮ ਕੱਢ ਲੈਂਦਾ ਉਹ 10 ਤੋਂ 15 ਸਾਲ ਹੁੰਦੇ ਆ, ਪਰ ਇਹ 25-30 ਸਾਲ ਵੀ ਕੱਢ ਸਕਦੇ ਆ ਅਗਰ ਤੁਹਾਡੀ ਬਾਡੀ ਨੂੰ ਤੁਸੀਂ ਕੇਅਰ ਕਰੋ। ਜੁਆਇੰਟ ਜਿਹੜਾ ਆਰਟੀਫੀਸ਼ੀਅਲ ਪਾਇਆ, ਦੇਖੋ ਜੁਆਇੰਟ ਦੀ ਲਾਈਫ ਕਿਹਦੇ ਤੇ ਡਿਪੈਂਡ ਕਰਦੀ ਹੈ ਕਿ ਜਿਹੜਾ ਤੁਸੀਂ ਆਰਟੀਫੀਸ਼ੀਅਲ ਜੁਆਇੰਟ ਪਾਇਆ ਉਹਦਾ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਮੈਂ ਇਹ ਪਾਰਟ ਪਾਤਾ ਮੇਰਾ 30 ਸਾਲ ਚੱਲਣਾ ਹੈ ਜੀ। ਉਹਦੀ ਕਿਹਦੇ ਤੇ ਡਿਪੈਂਡ ਕਰੇ ਤੁਹਾਡਾ weight ਕਿਤਨਾ ਹੈ। ਅਗਰ ਇੱਕ ਬੰਦੇ ਦਾ ਓਵਰਵੇਟ ਹੋਏਗਾ, ਅਗਰ ਇੱਕ ਬੰਦਾ 100 ਕਿਲੋ ਹੋਏਗਾ, ਇੱਕ ਬੰਦਾ 50 ਕਿਲੋ ਹੋਏਗਾ, ਜਿਹਦਾ weight 100 ਕਿਲੋ ਉਹਦਾ ਜੁਆਇੰਟ ਕਮ ਚਲੇਗਾ ਕਿਉਂਕਿ ਜੁਆਇੰਟ ਤੇ ਜ਼ੋਰ ਜ਼ਿਆਦਾ ਪਏਗਾ। ਤੁਹਾਡੀ ਅਗਰ ਹੱਡੀਆਂ ਜਿਨ੍ਹਾਂ ਨੇ ਇਹਨੂੰ ਸਪੋਰਟ ਕੀਤਾ ਹੋਇਆ ਅਗਰ ਇਹ ਹੱਡੀਆਂ ਵੀਕ ਹੋ ਜਾਣਗੀ ਤਾਂ ਜੁਆਇੰਟ ਲੂਜ਼ ਹੋ ਜਾਏਗਾ ਤੁਹਾਡਾ। ਤੇ ਅਗਰ ਕਿਸੇ ਦੀ ਹੱਡੀਆਂ ਸਟਰੋਂਗ ਹੈ ਤਾਂ ਤੁਹਾਡਾ ਲਾਈਫ ਲੌਂਗ ਵੀ ਚੱਲ ਸਕਦਾ, 25-30 ਸਾਲ ਵੀ ਚੱਲ ਸਕਦਾ। ਅਗਰ ਹੱਡੀਆਂ ਵੀਕ ਹੈ ਹੋ ਸਕਦਾ ਤੁਹਾਡਾ 10 ਸਾਲ ਵਿੱਚ ਲੂਜ਼ ਹੋ ਜਾਏ। ਤੀਜਾ ਹੁੰਦਾ ਅਗਰ ਇਨਫੈਕਸ਼ਨ ਹੋ ਜਾਏ ਕਿਸੇ ਨੂੰ, ਕਿਉਂਕਿ ਇਨਫੈਕਸ਼ਨ ਦੇ ਕਈ ਕਾਰਨ ਹੁੰਦੇ, ਕਈ ਵਾਰੀ ਬਾਡੀ ਦੇ ਵਿੱਚ ਇਨਫੈਕਸ਼ਨ ਹੁੰਦਾ, ਕਈ ਵਾਰੀ ਕੀਟਾਣੂ ਉੱਧਰ ਆ ਕੇ ਬੈਠ ਜਾਂਦੇ ਆ ਤੇ ਇਨਫੈਕਸ਼ਨ ਹੋ ਜਾਏ ਤਾਂ ਤੁਹਾਡਾ ਜੁਆਇੰਟ ਬਹੁਤ ਜਲਦੀ ਲੂਜ਼ ਹੋ ਜਾਂਦਾ ਹੈ। ਤੇ ਇਹਦੇ ਵਾਸਤੇ ਵੀ ਪ੍ਰੀਵੈਂਸ਼ਨ ਚਾਹੀਦੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਤੁਸੀਂ ਜਿੱਥੇ ਆਪਰੇਸ਼ਨ ਕਰ ਰਹੇ ਹੋ ਬਹੁਤ ਸਾਫ਼ ਸੁਥਰਾ ਹੋਣਾ ਚਾਹੀਦਾ, ਇਨਫੈਕਸ਼ਨ ਬਿਲਕੁਲ ਨਹੀਂ ਹੋਣਾ ਚਾਹੀਦਾ, ਤੁਹਾਡੀ ਬਾਡੀ ਵਿੱਚ ਕੋਈ ਇੱਦਾਂ ਦੀ ਨਹੀਂ ਹੋਣੀ ਚਾਹੀਦੀ, ਕੋਈ ਫਿੰਸੀ ਨਹੀਂ ਹੋਣੀ ਚਾਹੀਦੀ, ਤੁਹਾਡੇ ਦੰਦ ਬਿਲਕੁਲ ਠੀਕ ਹੋਣੇ ਚਾਹੀਦੇ, ਸ਼ੂਗਰ ਕੰਟਰੋਲ ਹੋਣੀ ਚਾਹੀਦੀ, ਔਰ ਤੁਹਾਡੀ ਬਾਡੀ ਵਿੱਚ ਇਮਿਊਨਿਟੀ ਹੋਣੀ ਚਾਹੀਦੀ, ਤੁਹਾਡੀ ਬਾਡੀ ਸਟਰੋਂਗ ਹੋਣੀ ਚਾਹੀਦੀ। ਅਗਰ ਇਸ ਵਿੱਚ ਚਾਹੋ ਤਾਂ ਇਨਫੈਕਸ਼ਨ ਹੋਣ ਤੋਂ ਰੋਕਿਆ ਜਾ ਸਕਦਾ ਹੈ। ਬਾਕੀ ਗੋਡੇ ਦੀ ਜੁਆਇੰਟ ਦੀ ਲਾਈਫ ਪਾਉਂਦੇ ਇਹਦੇ ਤੇ ਵੀ ਡਿਪੈਂਡ ਕਰਦੇ ਆ ਤੁਸੀਂ ਕਿਹੜਾ ਪਾਰਟ ਪਾ ਰਹੇ ਹੋ, ਕਿੰਨਾ ਵਧੀਆ ਪਾਰਟ ਪਾ ਰਹੇ ਹੋ, ਕਿੰਨੀ ਕੁਆਲਿਟੀ ਕੀ ਹੈ ਤੁਹਾਡੇ ਜਿਹੜਾ ਪਾਰਟ ਪਾ ਰਹੇ ਹੋ, ਇਹਦੇ ਤੇ ਵੀ ਜੁਆਇੰਟ ਦੀ ਲਾਈਫ ਡਿਪੈਂਡ ਕਰਦੀ ਹੈ। ਤੇ ਜਿੰਨਾ ਅੱਛਾ ਪਾਰਟ ਪਾਉਂਦੇ ਉਤਨੀ ਲਾਈਫ ਜ਼ਿਆਦਾ ਹੁੰਦੀ। ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਕਿ ਇਹਨਾਂ ਦੀ ਕੁਆਲਿਟੀਜ਼ ਵੀ ਆਉਂਦੀਆਂ ਨੇ, ਸੋ ਕਿੰਨੀਆਂ ਤਰ੍ਹਾਂ ਦੀਆਂ ਕੁਆਲਿਟੀਜ਼ ਆਉਂਦੀਆਂ ਨੇ ਔਰ ਕੀ ਇਹ ਪੋਕਟ ਫ੍ਰੈਂਡਲੀ ਹੁੰਦਾ ਕਿਉਂਕਿ ਹਰ ਕੋਈ ਦਰਦ ਤੋਂ ਛੁਟਕਾਰਾ ਜਿਹੜਾ ਪਾਣਾ ਚਾਹੁੰਦਾ, ਕੀ ਉਹ ਅਫੋਰਡ ਕਰ ਸਕਦਾ? देखो नी जॉइंट ਜਿਹੜੇ ਅੱਜਕੱਲ ਕਾਫੀ ਸਾਰੀ ਕੰਪਨੀਆਂ ਨੀ ਜॉइंट्स ਲੈ ਕੇ ਆਈ ਹੈ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗਾ, ਪਰ ਜਿਹੜੀ ਅੱਛੀ ਕੰਪਨੀਆਂ ਹੈ, ਜਿਹੜੀ ਰਿਪਿਊਟਡ ਕੰਪਨੀਆਂ ਜਿਨ੍ਹਾਂ ਦੇ ਵਰਲਡ ਵਾਈਡ ਯੂਜ਼ ਹੋ ਰਹੇ ਹੈ ਜॉइंट, ਉਹਨਾਂ ਦਾ ਹੀ ਪਾਉਣਾ ਚਾਹੀਦਾ। ਇੱਕ ਪੇਸ਼ੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਵਿੱਚ ਕਿਹੜਾ ਜॉइंट ਪੈ ਰਿਹਾ, ਕਿਹੜੀ ਕੰਪਨੀ ਦਾ ਪਾ ਰਿਹਾ, ਔਰ ਜਿਹੜਾ ਵੀ ਜॉइंट ਪਾ ਰਿਹਾ ਉਹਦੇ ਰਿਜ਼ਲਟ ਪੁਰਾਣੇ ਕਿਤਨੇ ਹੈ, ਕਿਤਨਾ ਉਹਦੀ ਸਟੱਡੀਜ਼ ਵਿੱਚ ਕੀ ਰਿਜ਼ਲਟ ਹੈਗੇ ਥਰੂਆਊਟ ਵਰਲਡ ਵਾਈਡ, ਹੈ ਨਾ। ਤੇ ਉਹਦੇ ਕਾਸਟ ਜਿਹੜੀ ਹੈ, ਕਾਸਟ ਦੇ ਕਹਿਣ ਦਾ ਮਤਲਬ ਕਿ ਕਾਸਟ ਅੱਜਕੱਲ ਇੰਡੀਆ ਵਿੱਚ ਜਿਹੜੀ ਹੈ ਮੈਕਸਿਮਮ ਜਿਹੜੀ ਹੈ ਇਹ ਸਭ ਤੋਂ ਕਮ ਹੈ ਵਰਲਡ ਵਾਈਡ ਦੇਖਿਆ ਜਾਏ ਤਾਂ। यूरोपियन कंट्रीज़, अमेरिका तो यूरोपियन कंट्रीज़ तो ऑस्ट्रेलिया, साढ़े कॉस्ट काफ़ी कम है और मेरे हिसाब नाल एक रूटीन बंदा आम बंदा अफोर्ड कर सकता है आजकल जॉइंट रिप्लेसमेंट करना। खासकर गवर्नमेंट ने भी स्कीम्स कढ़ी हैं कि जिहड़ी कि सिविल हॉस्पिटल में हो रही हैं, ਉਹਦੇ ਵਿੱਚ ਤਾਂ ਮੈਨੂੰ ਲੱਗ ਰਿਹਾ ਕਈ ਜॉइंट ਰਿਪਲੇਸਮੈਂਟ ਕਈ ਜਗ੍ਹਾ ਤੇ ਬਿਲਕੁਲ ਫ੍ਰੀ ਹੋ ਰਹੇ ਹਨ। ਪਰ ਉਹੀ ਮੈਂ ਕਹਿ ਰਿਹਾ ਕਿ ਇੱਕ ਤੇ ਤੁਹਾਡਾ ਜੋ ਵੀ ਚੀਜ਼ ਕਰੋ ਆਪਣਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਕਿ ਉਹਨੂੰ ਪਤਾ ਹੋਣਾ ਚਾਹੀਦਾ ਪੇਸ਼ੈਂਟ ਨੂੰ ਕਿ ਕਿਹੜੇ ਇੰਪਲਾਂਟ ਅਵੇਲੇਬਲ ਹੈ, ਕਿਹੜੀ ਟੈਕਨੀਕ ਅਵੇਲੇਬਲ ਹੈ, ਡਾਕਟਰ ਦਾ ਐਕਸਪੀਰੀਅੰਸ ਕਿਤਨਾ ਹੈ, ਤੁਹਾਡੇ ਡਾਕਟਰ ਜਿਹੜਾ ਆਪਰੇਟ ਕਰ ਰਹੇ ਹੈ ਔਰ ਕਿੱਥੇ ਆਪਰੇਟ ਕਰ ਰਹੇ ਹੈ, ਤੁਹਾਡੇ ਆਪਰੇਸ਼ਨ ਥੀਏਟਰ ਦੀ ਕੀ ਕੰਡੀਸ਼ਨ ਹੈਗੀ, ਆਪਰੇਸ਼ਨ ਥੀਏਟਰ ਕਿੱਦਾਂ ਦੇ ਹੈਗੇ ਆ ਤੇ ਐਕਸਪੀਰੀਅੰਸ ਕਿਤਨਾ ਹੈ। ਜੀ ਡਾਕਟਰ ਸਾਹਿਬ, ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਦੇ ਦੋਨਾਂ ਗੋਡਿਆਂ 'ਚ ਦਰਦ ਹੁੰਦੀ ਆ ਤੇ ਕੀ ਦੋਨੋਂ ਗੋਡੇ ਨੇ ਉਹ ਇੱਕੋ ਸਮੇਂ ਦੇ ਵਿੱਚ ਬਦਲੇ ਜਾ ਸਕਦੇ ਨੇ? ਦੇਖੋ ਉਹਦੇ ਵਿੱਚ ਵੀ ਕਈ ਚੀਜ਼ਾਂ ਹੁੰਦੀਆਂ ਕਿ ਦੋਨੋਂ ਗੋਡੇ ਬਦਲੇ ਜਾ ਸਕਦੇ ਕਿ ਨਹੀਂ ਬਦਲੇ ਜਾ ਸਕਦੇ। ਦੋਨੋਂ ਗੋਡੇ ਇਕੱਠੇ ਬਦਲੇ ਜਾ ਸਕਦੇ ਅਗਰ ਪੇਸ਼ੈਂਟ ਮੈਡੀਕਲੀ ਫਿਟ ਹੈ, ਕਿਉਂਕਿ ਇਹਦੇ ਵਿੱਚ ਅਗਰ ਪੇਸ਼ੈਂਟ ਮੈਡੀਕਲੀ ਫਿਟ ਨਹੀਂ ਹੈਗਾ ਤੇ ਪ੍ਰੋਬਲਮ ਹੋਣ ਦਾ ਡਰ ਬਹੁਤ ਜ਼ਿਆਦਾ ਰਹਿੰਦਾ ਹੈ। ਅਗਰ ਕਿਸੇ ਪੇਸ਼ੈਂਟ ਨੂੰ ਕਾਰਡਿਕ ਪ੍ਰੋਬਲਮ ਹੈ, ਉਹਦੇ ਦੋਨੋਂ ਗੋਡੇ ਬਦਲਦੇ ਹੈ ਇਕੱਠੇ ਤੇ ਹਾਰਟ ਦੀ ਪ੍ਰੋਬਲਮ ਹੋਣ ਦਾ ਡਰ ਜ਼ਿਆਦਾ ਵੱਧ ਜਾਂਦਾ ਹੈ। ਇੱਦਾਂ ਹੀ ਸ਼ੂਗਰ ਹੈ ਪੇਸ਼ੈਂਟ ਨੂੰ, ਅਗਰ ਉਹਦੀ ਕੰਟਰੋਲ ਨਹੀਂ ਹੈ ਤੇ ਇਨਫੈਕਸ਼ਨ ਹੋਣ ਦਾ ਡਰ ਜ਼ਿਆਦਾ ਹੋ ਜਾਂਦਾ ਹੈ। ਕਿਉਂਕਿ ਬਾਡੀ ਦੀ ਕਈ ਵਾਰੀ ਜਦ ਸਟ੍ਰੈਸ ਪੈਂਦਾ ਸਰਜਰੀ ਦਾ ਤੇ ਬਾਡੀ ਵਿੱਚ ਸ਼ੂਗਰ ਵੱਧ ਜਾਂਦੀ ਹੈ, ਔਰ ਅਗਰ ਸ਼ੂਗਰ ਵੱਧ ਜਾਏ ਤਾਂ ਇਨਫੈਕਸ਼ਨ ਹੋਣ ਦਾ ਚਾਂਸ ਜ਼ਿਆਦਾ ਹੁੰਦਾ ਹੈ। ਇਹ ਚੀਜ਼ ਹੈ, ਅਗਰ ਤੁਹਾਡੀ ਹੱਡੀਆਂ ਕਮਜ਼ੋਰ ਹੈ, ਤੁਸੀਂ ਬੇਸ ਤੁਹਾਡਾ ਜਿੱਥੇ ਹੱਡੀ ਜੁਆਇੰਟ ਪਾਣਾ ਹੈ, ਅਗਰ ਉਹ ਬੇਸ ਹੀ ਕਮਜ਼ੋਰ ਹੋਏਗਾ ਤਾਂ ਜੁਆਇੰਟ ਨੇ ਲੂਜ਼ ਹੋਣਾ ਹੀ ਹੋਣਾ ਹੈ। ਕਿਉਂਕਿ ਤੁਸੀਂ ਅਗਰ ਬਿਲਡਿੰਗ ਦੀ ਨੀਂਹ ਚੰਗੀ ਨਹੀਂ ਹੋਏਗੀ ਤੇ ਤੁਸੀਂ ਉਹਦੇ ਤੇ ਬਿਲਡਿੰਗ ਖੜੀ ਕਰੋਗੇ ਤੇ ਬਿਲਡਿੰਗ ਗਿਰੇਗੀ। ਇੱਦਾਂ ਅਗਰ ਜੁਆਇੰਟ ਜਿੱਥੇ ਪਾਉਂਦੇ ਹੋ ਨੀਚੇ ਦੀ ਹੱਡੀ ਤੁਹਾਡੀ ਸਟਰੋਂਗ ਨਹੀਂ ਹੈਗੀ ਹੈ ਤੇ ਜੁਆਇੰਟ ਲੂਜ਼ ਹੋਏਗਾ ਹੀ ਹੋਏਗਾ। ਅੱਛਾ ਡਾਕਟਰ ਸਾਹਿਬ, ਪੇਸ਼ੈਂਟ ਦੇ ਜਦੋਂ ਤੁਸੀਂ ਨੀ ਰਿਪਲੇਸਮੈਂਟ ਕਰਦੇ ਹੋ, ਇੰਪਲਾਂਟ ਕਰਦੇ ਹੋ, ਤਾਂ ਕਿੰਨੀ ਦੇਰ ਤੱਕ ਪੇਸ਼ੈਂਟ ਜਿਹੜਾ ਉਹ ਚੱਲਣਾ ਸ਼ੁਰੂ ਕਰ ਦਿੰਦਾ ਹੈ? ਇਸ ਤੋਂ ਪਹਿਲੇ ਮੈਂ ਇਹ ਗੱਲ ਕਹਿਣਾ ਚਾਹੁੰਦਾ, ਅਗਰ ਪੇਸ਼ੈਂਟ ਮੈਡੀਕਲੀ ਫਿਟ ਹੈ ਤਾਂ ਦੋਨੋਂ ਕਰ ਸਕਦਾ। ਅਗਰ ਪੇਸ਼ੈਂਟ ਮੈਡੀਕਲੀ ਫਿਟ ਨਹੀਂ ਹੈ ਫਿਰ ਪੇਸ਼ੈਂਟ ਨੂੰ ਇੱਕ ਕਰਕੇ ਕਰਾਉਣਾ ਚਾਹੀਦਾ, ਉਹ ਬਹੁਤ ਸੇਫ ਰਹਿੰਦਾ ਜੀ। ਦੂਜਾ ਚੱਲਣ ਦੀ ਗੱਲ ਅੱਜਕੱਲ ਹੈ ਕਿ ਅੱਜਕੱਲ ਸੈਕਿੰਡ ਡੇ ਆਪਾਂ ਚੱਲਣਾ ਸ਼ੁਰੂ ਕਰਾਉਂਦੇ ਹਾਂ ਪੇਸ਼ੈਂਟ ਨੂੰ। ਦਾ ਪੇਸ਼ੈਂਟ ਸਰਜਰੀ ਅੱਜ ਹੋਈ ਹੈ ਤੇ ਇੱਕ ਦਿਨ ਪੇਸ਼ੈਂਟ ਨੂੰ ਥੋੜ੍ਹੀ ਜਿਹੀ ਪਾਈਪ ਡਰੇਨਸ ਪਈ ਹੁੰਦੀ ਹੈ, ਕੁਝ ਇੰਜੈਕਸ਼ਨ ਚੱਲ ਰਹੇ ਹੁੰਦੇ ਆ ਤੇ ਉਹ ਬੈਟਰ ਰਹਿੰਦਾ ਹੈ ਕਿ ਆਪਾਂ 24 ਘੰਟੇ ਤੋਂ ਬਾਅਦ ਪੇਸ਼ੈਂਟ ਨੂੰ ਖੜਾ ਕਰਾ ਦਿੰਦੇ ਹਾਂ ਤੇ ਤੀਜੇ ਜਾਂ ਚੌਥੇ ਦਿਨ ਪੇਸ਼ੈਂਟ ਨੂੰ ਡਿਸਚਾਰਜ ਕਰਦੇ ਹਾਂ ਹਸਪੀਟਲ ਤੋਂ। ਜਦ ਪੇਸ਼ੈਂਟ ਘਰ ਜਾਂਦਾ ਹੈ ਤਾਂ ਆਪਣੇ ਆਪ ਵਾਕ ਕਰਕੇ ਜਾਂਦਾ ਹੈ। ਕਈ ਲੋਕ ਵਾਕਰ ਨਾਲ ਜਾਂਦੇ, ਕਈ ਲੋਕ ਸਟਿਕ ਨਾਲ ਜਾਂਦੇ ਆ। ਹਰ ਇੱਕ ਮਰੀਜ਼ ਦਾ ਜਿਹੜਾ ਆਪਣਾ ਇੰਡੀਵਿਜੂਅਲ ਕਪੈਸਿਟੀ ਹੁੰਦੀ ਹੈ। ਕਈ ਨੂੰ ਦਰਦ ਜ਼ਿਆਦਾ ਸਹਿ ਲੈਂਦੇ, ਕਈ ਨੂੰ ਦਰਦ ਕਮ ਹੁੰਦਾ, ਕਈ ਹਫ਼ਤੇ ਬਾਅਦ ਵਾਕਰ ਛੱਡ ਦਿੰਦੇ ਆ, ਸਟਿਕ ਲੈ ਲੈਂਦੇ ਆ,
ਫਿਰ 10 ਦਿਨਾਂ ਬਾਅਦ ਸਟਿਕ ਛੱਡ ਦਿੰਦੇ, ਪਰ ਐਵਰੇਜ ਜਿਹੜੀ ਹੈ ਟਾਈਮ ਪੇਸ਼ੈਂਟ ਨੂੰ ਰਿਕਵਰੀ ਨੂੰ 6 ਹਫ਼ਤੇ ਲੱਗ ਜਾਂਦੇ ਆ। ਅੱਛਾ ਡਾਕਟਰ ਸਾਹਿਬ, ਆਪਰੇਸ਼ਨ ਨਾਮ ਸੁਣਦਿਆਂ ਹੀ ਡਰ ਮਨ ਦੇ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਖੂਨ ਬਲੱਡ ਲਾਸ ਕਿੰਨਾ ਹੋਏਗਾ, ਸੋ ਇਸ ਸਰਜਰੀ ਦੇ ਵਿੱਚ ਬਲੱਡ ਲਾਸ ਬਾਰੇ ਵੀ ਜ਼ਰੂਰ ਦੱਸਿਓ। ਅੱਜ ਕੱਲ੍ਹ ਜਿਹੜੀ ਟੈਕਨੀਕਸ ਆ ਰਹੀਆਂ, ਅੱਜ ਕੱਲ੍ਹ ਦਵਾਈਆਂ ਆ ਗਈਆਂ, ਇਹਦੇ ਨਾਲ ਬਲੱਡ ਲਾਸ ਬਹੁਤ ਹੀ ਕਮ ਹੋ ਗਿਆ, ਆਲਮੋਸਟ ਨੈਗਲੀਜੀਬਲ ਜਾ ਹੋ ਗਿਆ। ਫਿਰ ਵੀ ਆਪਾਂ ਪੇਸ਼ੈਂਟ ਨੂੰ ਕਈ ਵਾਰੀ, ਕਿਉਂਕਿ ਸਾਡੇ ਇੰਡੀਆ ਵਿੱਚ ਜ਼ਿਆਦਾਤਰ ਦੇਖਿਆ ਕਿ ਲੇਡੀਜ਼ ਜਿਹੜੀ ਹੈ ਫੀਮੇਲਸ, ਉਹਨਾਂ ਦਾ ਬਲੱਡ HB ਹੀਮੋਗਲੋਬਿਨ 9-10 ਦੇ ਆਸ-ਪਾਸ ਹੁੰਦਾ ਹੈ, ਤੇ ਉਹਦੇ ਵਾਸਤੇ ਕਈ ਵਾਰੀ ਸਾਨੂੰ ਇੱਕ ਯੂਨਿਟ ਸਟੈਂਡ ਬਾਏ ਰੱਖਣਾ ਪੈਂਦਾ, ਪਰ ਜਿਹਦਾ ਹੀਮੋਗਲੋਬਿਨ 12-13 ਗ੍ਰਾਮ ਹੈ ਉਹਦੀ ਲੋੜ ਨਹੀਂ ਪੈਂਦੀ ਹੈ ਬਲੱਡ ਦੇਣ ਦੀ। ਅੱਜ ਕੱਲ੍ਹ ਇਹ ਆਲਮੋਸਟ ਇਹ ਬਲੱਡਲੈਸ ਸਰਜਰੀ ਹੋ ਗਈ ਹੈ, ਮਤਲਬ ਬਲੱਡ ਲਾਸ ਬਹੁਤ ਹੀ ਮਿਨੀਮਲ ਜਿਹਾ ਹੋ ਗਿਆ ਹੈ। ਕਈ ਬਿਮਾਰੀ ਹੁੰਦੀ ਹੈ ਜਿਹਦੇ ਵਿੱਚ ਬਲੱਡ ਲਾਸ ਜ਼ਿਆਦਾ ਹੁੰਦਾ ਹੈ, ਉਹਦੇ ਵਾਸਤੇ ਪਹਿਲੇ ਹੀ ਪੇਸ਼ੈਂਟ ਨੂੰ ਤਿਆਰ ਕੀਤਾ ਹੁੰਦਾ ਕਿ ਉਹਦੇ ਤਿਆਰੀ ਕੀਤੀ ਹੁੰਦੀ, ਪਰ ਜ਼ਿਆਦਾਤਰ ਇਹ ਸਰਜਰੀ ਜਿਹੜੀ ਅੱਜ ਕੱਲ੍ਹ ਵਿਦਆਊਟ ਬਲੱਡ ਲਾਸ ਹੋ ਗਈ ਹੈ, ਬਲੱਡ ਦੀ ਲੋੜ ਨਹੀਂ ਪੈਂਦੀ ਹੈ। ਅੱਛਾ, ਇਸ ਤੋਂ ਇਲਾਵਾ ਜਿੱਦਾਂ ਹੁਣ ਮੈਂ ਬਲੱਡ ਲਾਸ ਦੀ ਗੱਲ ਕੀਤੀ ਤਾਂ ਇੱਕ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਦਰਦ ਕਿੰਨਾ ਹੋਏਗਾ, ਸੋ ਦਰਦ ਬਾਰੇ ਔਰ ਕੁਝ ਸਰਜਰੀਜ਼ ਅਸੀਂ ਸੁਣਦੇ ਹਾਂ ਕਿ ਪੇਨਲੈਸ ਸਰਜਰੀ ਆ, ਸਟਿਚ ਫ੍ਰੀ ਸਰਜਰੀ ਹੈ, ਸੋ ਇਹਨਾਂ ਸਾਰਿਆਂ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇਹ ਸੋਚ ਕੇ ਚੱਲੇ ਜੀ ਕਿ ਜਦ ਤੁਹਾਡਾ ਆਪਰੇਸ਼ਨ ਹੋਣਾ, ਤੁਸੀਂ ਬੇਹੋਸ਼ ਹੋਣਾ ਜਾਂ ਤੁਹਾਡੀ ਰੀੜ ਦੀ ਹੱਡੀ ਵਿੱਚ ਟੀਕਾ ਲੱਗਣਾ, ਤਾਂ ਪੇਨ ਤੇ ਹੋਣਾ ਹੀ ਨਹੀਂ, ਉਹ ਤਾਂ ਪੇਨਲੈਸ ਸਰਜਰੀ ਤੇ ਪੇਨਲੈਸ ਹੀ ਹੈਗੀ ਹੈ। ਮੇਨ ਪ੍ਰੋਬਲਮ ਹੁੰਦੀ ਹੈ ਜਿਹੜੇ ਪਹਿਲੇ 2-3 ਦਿਨ ਹੁੰਦੇ ਆ ਜਿਹਦੇ ਵਿੱਚ ਜ਼ਿਆਦਾ ਦਰਦ ਹੋਣ ਦਾ ਡਰ ਰਹਿੰਦਾ ਹੈ, ਉਹਦੇ ਵਾਸਤੇ ਵੀ ਅੱਜਕੱਲ੍ਹ ਟੈਕਨੀਕਸ ਆ ਗਈਆਂ। ਅੱਜਕੱਲ੍ਹ ਤੁਹਾਡੇ ਕੋਲ ਰੀੜ ਦੀ ਹੱਡੀ ਵਿੱਚ ਇੱਕ ਛੋਟੀ ਜਿਹੀ ਪਾਈਪ ਆਉਂਦਾ ਜਿਹਦੇ ਨਾਲ 2-3 ਦਿਨ ਤੁਹਾਡਾ ਦਵਾਈ ਚੱਲਦੀ ਰਹਿੰਦੀ ਹੈ ਨਾ, ਔਰ ਇਤਨੇ ਅੱਛੇ ਦਵਾਈਆਂ ਆ ਗਈਆਂ ਜਿਹਦੇ ਨਾਲ ਪੇਸ਼ੈਂਟ ਨੂੰ ਪਹਿਲੇ ਜਿਹੜੇ 2-3 ਦਿਨ ਹੁੰਦੇ ਆ ਜ਼ਿਆਦਾ ਦਰਦ ਦੇ, ਉਹ ਨਿਕਲ ਜਾਂਦੇ ਆ। ਉਹਦੇ ਬਾਅਦ ਥੋੜ੍ਹਾ ਦਰਦ ਹੈ, ਫਿਰ ਪੇਨ ਕਿਲਰਸ ਦੇਣੇ ਪੈਂਦੇ, ਪਰ ਮਤਲਬ ਸਰਜਰੀ ਇਤਨੀ ਕੰਫਰਟੇਬਲ, ਕੋਈ ਪੇਸ਼ੈਂਟ ਅੱਜਕੱਲ੍ਹ ਤੜਫਦਾ ਨਹੀਂ ਹੈ ਸਰਜਰੀ ਨਾਲ, ਆਰਾਮ ਨਾਲ ਜਿਹੜੇ ਪਹਿਲੇ 2-3 ਦਿਨ ਨਿਕਲ ਜਾਂਦੇ ਆ ਸਰਜਰੀ ਦੇ, ਉਹਦੇ ਬਾਅਦ ਨਾਲ ਹੋ ਗਿਆ ਤੇ ਆਪਣਾ ਪੇਸ਼ੈਂਟ ਬਹੁਤ ਕੰਫਰਟੇਬਲ ਰਹਿੰਦਾ ਹੈ। ਤੇ ਇਹ ਡਰ ਨਹੀਂ ਰੱਖਣਾ ਚਾਹੀਦਾ ਕਿ ਦਰਦ ਹੋਏਗਾ ਮੈਨੂੰ ਬਹੁਤ ਜ਼ਿਆਦਾ। ਅੱਜਕੱਲ੍ਹ ਦਰਦ ਕੰਟਰੋਲ ਕਰਨ ਦੇ ਬਹੁਤ ਤਰੀਕੇ ਹੈ। ਦੂਜਾ ਤੁਸੀਂ ਕਹਿੰਦੇ ਹੋ ਸਟਿਚਲੈਸ, ਦੇਖੋ ਕੋਈ ਵੀ ਸਰਜਰੀ ਜਿਹੜੀ ਹੈ ਬਗੈਰ ਚੀਰ ਪਾੜ ਤੋਂ ਨਹੀਂ ਹੋਣੀ। ਅਗਰ ਤੁਸੀਂ ਇਤਨਾ ਵੱਡਾ ਜੋੜ ਪਾਉਣਾ ਹੈ ਵਿੱਚ ਤੇ ਚੀਰਾ ਦੇਣਾ ਪੈਣਾ ਤੁਹਾਨੂੰ। ਇਹ ਸਿਰਫ ਸਟਿਚਲੈਸ ਸਰਜਰੀ ਉਹਨੂੰ ਕਹਿੰਦੇ ਕਿ ਆਪਾਂ ਉੱਪਰ ਟਾਂਕੇ ਦੀ ਜਗ੍ਹਾ ਤੇ ਗਲੂ ਲਗਾ ਦਿੰਦੇ, ਇੱਕ ਗੋਂਦ ਜਿਹਾ ਲਗਾਉਂਦੇ, ਗਲੂ ਲਗਾਉਂਦੇ ਸਕਿਨ ਨੂੰ ਜੋੜਨ ਨੂੰ, ਉਹਦੇ ਟਾਂਕੇ ਨਹੀਂ ਲੱਗਦੇ, ਪਰ ਚੀਰਾ ਦੇਣਾ ਪੈਂਦਾ ਹੈ। 8 ਤੋਂ 10 ਸੈਂਟੀਮੀਟਰ ਦਾ ਚੀਰਾ ਤੁਹਾਨੂੰ ਦੇਣਾ ਹੀ ਪਏਗਾ ਇਹਦੇ ਵਾਸਤੇ, ਤਾਂ ਕਿ ਇਤਨਾ ਵੱਡਾ ਜੋੜ ਅੰਦਰ ਪਾਉਣਾ। ਅਗਰ ਆਪਾਂ ਛੋਟਾ ਚੀਰਾ ਦੇ ਕੇ ਇਤਨਾ ਵੱਡਾ ਜੋੜ ਅੰਦਰ ਪਾਵਾਂਗੇ ਤਾਂ ਟਿਸ਼ੂ ਡੈਮੇਜ ਹੁੰਦੇ ਹੈ। ਅੱਛਾ ਡਾਕਟਰ ਸਾਹਿਬ, ਕੀ ਇਹਨਾਂ ਦੇ ਖਰਾਬ ਹੋਣ ਦੇ ਚਾਂਸਸ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਹੋ ਜਾਂਦੇ ਨੇ, ਸੋ ਖਰਾਬ ਹੋਣ ਤੋਂ ਬਾਅਦ ਵੀ ਬਦਲੇ ਜਾ ਸਕਦੇ ਨੇ? ਅੱਜਕੱਲ੍ਹ ਜਿਹੜੇ ਜੁਆਇੰਟਸ ਆ ਗਏ, ਅੱਜਕੱਲ੍ਹ ਸਾਡੇ ਕੋਲ ਰਿਵੀਜ਼ਨ ਸਰਜਰੀਜ਼ ਬਹੁਤ ਆ ਰਹੀਆਂ, ਜਿਹੜੇ 10-10, 15-15, 20-20 ਸਾਲ ਪਹਿਲੇ ਜੁਆਇੰਟਸ ਹੋਏ हैं, तो आजकल टेक्निक्स भी आ गई हैं, इम्प्लांट्स भी आ गए हैं, इतने अच्छे इम्प्लांट्स आ गए कि दूजी बारी भी सर्जरी की जा सकती है। पर सानू कोशिश ये होनी चाहिए कि पहली सर्जरी इतनी वधिया है कि एक मरीज़ की लाइफ के दौरान एक ही सर्जरी करनी पे, क्योंकि जितनी बारी बार बार सर्जरी करते हैं उसकी कॉम्प्लिकेशन होने का डर ज़्यादा रहता है। ਅੱਛਾ ਡਾਕਟਰ ਸਾਹਿਬ, ਕਿਹੜੀਆਂ ਐਕਸਰਸਾਈਜ਼ਸ ਜਿਹੜੀਆਂ ਨੇ ਪੇਸ਼ੈਂਟ ਨੂੰ ਜ਼ਿਆਦਾ ਕਰਨੀਆਂ ਚਾਹੀਦੀਆਂ ਗੋਡਿਆਂ ਦੇ ਦਰਦਾਂ ਤੋਂ, ਜਾਂ ਫਿਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ? ਪਹਿਲੀ ਗੱਲ ਤਾਂ ਸਾਰੀ ਬਾਡੀ ਨੂੰ ਫਿਟ ਰੱਖਣਾ ਚਾਹੀਦਾ, ਸਿਰਫ ਗੋਡਿਆਂ 'ਤੇ ਕਨਸੈਂਟਰੇਟ ਨਹੀਂ ਕਰਨਾ ਚਾਹੀਦਾ। ਤੁਹਾਡੀ ਡਾਈਟ ਅੱਛੀ ਹੋਣੀ ਚਾਹੀਦੀ ਹੈ, ਤੁਹਾਡੀ ਤੁਸੀਂ ਰੋਜ਼ ਵਾਕ ਕਰੋ, ਐਕਸਰਸਾਈਜ਼ ਕਰੋ, ਜਿਮ ਜਾਓ, ਘਰ 'ਤੇ ਐਕਸਰਸਾਈਜ਼ ਕਰੋ। ਤੁਹਾਡੀ ਮੇਨ ਫਿਟ ਹੋਣ ਦਾ ਇਹ ਹੈ ਕਿ ਤੁਹਾਨੂੰ ਰੋਜ਼ ਐਕਸਰਸਾਈਜ਼ ਕਰਨੀ, ਆਪਣੀ ਡਾਈਟ ਅੱਛੀ ਰੱਖਣੀ ਚਾਹੀਦੀ ਹੈ। ਬਾਕੀ ਜਿਹੜੇ ਜੋੜ ਦੀ ਬਿਮਾਰੀ ਉਹਦੀ ਜੁਆਇੰਟ ਸਪੈਸੀਫਿਕ ਐਕਸਰਸਾਈਜ਼ ਹੁੰਦੀ ਹੈ, ਉਹ ਆਪਣੇ ਫਿਜ਼ੀਓਥੈਰੇਪਿਸਟ ਨੂੰ ਮਿਲ ਕੇ ਜਾਂ ਡਾਕਟਰ ਨੂੰ ਮਿਲ ਕੇ ਅੰਡਰ ਗਾਈਡੈਂਸ ਕਰਨੀ ਚਾਹੀਦੀ ਹੈ। ਔਰ ਜੇਕਰ ਗੱਲ ਕਰਾਂ ਖਾਣ ਪੀਣ ਦੇ ਮਾਮਲੇ ਦੇ ਵਿੱਚ, ਜਿੱਦਾਂ ਸਾਡੇ ਘਰ ਦੇ, ਜੇਕਰ ਆਪਣੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੁਝ ਚੀਜ਼ਾਂ ਜਿਹੜਾ ਡਰਾਈ ਫਰੂਟਸ ਨੂੰ ਮਿਲਾ ਕੇ ਬਣਾਉਂਦੇ ਨੇ ਕਿ ਇਹ ਖਾਣ ਦੇ ਨਾਲ ਜਿਹੜਾ ਸਾਡੇ ਜੋੜਾਂ ਨੂੰ ਜਿਹੜਾ ਗਰਮਾਹਟ ਮਿਲੇਗੀ। ਠੀਕ ਹੈ, ਅਸੀਂ ਤੁਹਾਨੂੰ ਡਰਾਈ ਫਰੂਟਸ ਅੱਛੇ ਹੈਗੇ, ਪਰ ਉਹ ਡਰਾਈ ਫਰੂਟਸ ਲਿਮਿਟ ਵਿੱਚ ਹੋਣੇ ਚਾਹੀਦੇ। ਤਲੀ ਚੀਜ਼ਾਂ ਅਵੋਇਡ ਕਰਨੀ ਚਾਹੀਦੀ, ਫੈਟੀ ਚੀਜ਼ਾਂ ਅਵੋਇਡ ਕਰਨੀ ਚਾਹੀਦੀ, ਕੁਝ ਜਿਹਦਾ ਤੁਹਾਡਾ weight ਵੱਧਦਾ ਹੈ ਉਹ ਅਵੋਇਡ ਕਰਨੀ ਚਾਹੀਦੀ। ਅਦਰਵਾਈਜ਼ ਇੱਦਾਂ ਦਾ ਕੁਝ ਨਹੀਂ ਹੈ ਕਿ ਡਰਾਈ ਫਰੂਟਸ ਨਹੀਂ ਖਾਣੇ ਚਾਹੀਦੇ। ਡਰਾਈ ਫਰੂਟ ਜੋੜਾਂ ਵਾਸਤੇ ਬਹੁਤ ਚੰਗੇ ਹੁੰਦੇ ਆ, ਲਿਮਿਟ ਵਿੱਚ ਖਾਓ, ਖਾਸ ਕਰ ਭਿਗੋ ਕੇ ਖਾਓ ਤੇ ਬਹੁਤ ਵਧੀਆ ਹੈਗੇ ਹੈ ਨਾ। ਤੇ ਉੱਦਾਂ ਹੀ ਡਾਈਟਸ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਵੀ ਦੱਸ, ਸਾਰੀ ਹਰੀ ਸਬਜ਼ੀਆਂ ਹੋ ਗਈ, ਸੈਲਡਸ ਹੋ ਗਏ, ਫਰੂਟਸ ਹੋ ਗਏ, ਹੈ ਨਾ, ਜਿੱਦਾਂ ਸਾਡੇ ਵਿਟਾਮਿਨ ਸੀ, ਜਿਹਦੇ ਵਿੱਚ ਵਿਟਾਮਿਨ ਸੀ ਹੈ, ਜਾਂ ਫਿਸ਼, ਨੌਨ ਵੈਜ ਵਿੱਚ ਫਿਸ਼ ਆਇਲ ਬਹੁਤ ਵਧੀਆ ਰਹਿੰਦਾ ਹੈ, ਫਲੈਕਸ ਸੀਡਸ ਅੱਛੇ ਰਹਿੰਦੇ हैं। ये सब चीज़ें लो और डाइट अच्छी रखो, आई थिंक जॉइंट प्रॉब्लम तो बचा जा सकता है। ਤੇ ਪੇਨ ਕਿਲਰ ਜਿਹੜਾ ਉਹ ਤੋਂ ਕਿੰਨਾ ਕੁ ਗਰੇਜ਼? ਬਹੁਤ ਅਵੋਇਡ ਕਰਨਾ ਚਾਹੀਦਾ। ਦੇਖੋ ਪੇਨ ਕਿਲਰ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ, ਆਪਣੇ ਆਪ ਨਹੀਂ ਲੈਣਾ ਚਾਹੀਦਾ। ਪੇਨ ਕਿਲਰ ਦੇ ਸਭ ਤੋਂ ਜ਼ਿਆਦਾ ਸਾਈਡ ਇਫੈਕਟ ਕਿਡਨੀ ਤੇ ਹੁੰਦੇ ਆ, ਫਿਰ ਤੁਹਾਡੇ ਹਾਰਟ ਤੇ ਹੁੰਦੇ ਆ, ਤੁਹਾਡੇ ਬਲੱਡ ਤੇ ਹੁੰਦੇ ਆ, ਹੈ ਨਾ, ਅਲਸਰ ਹੋ ਸਕਦਾ ਹੈ, ਅਲਸਰ ਫਟ ਵੀ ਸਕਦਾ ਹੈ, ਜ਼ਿਆਦਾ ਪੇਨ ਕਿਲਰ ਹੋ, ਕਿਡਨੀਆਂ ਖਰਾਬ ਹੋ ਸਕਦੀਆਂ।
पेन किलर साइड इफेक्ट होता है। आजकल पेन किलर आ गए सेफ आ गए हैं, अगर लंबे टाइम लेने तो कुछ पेन किलर बहुत सेफ है ਜਿਹੜੇ ਕਿ ਡਾਕਟਰ ਦੀ ਸਲਾਹ ਨਾਲ ਲੈਣੇ ਚਾਹੀਦੇ। ਸੋ ਤੁਸੀਂ ਜਾਣਕਾਰੀ ਜਿਹੜੀ ਡਾਕਟਰ ਸੰਜੀਵ ਗੋਇਲ ਹੋਣਾ ਤੋਂ ਲਈ ਕਿ ਕਿਵੇਂ ਜਿਹੜੇ ਸਾਡੇ ਜੋੜਾਂ ਦੇ ਦਰਦ ਇਹਨਾਂ ਤੋਂ ਬਚਿਆ ਜਾ ਸਕਦਾ, ਕਿਹੜੀ ਡਾਈਟ ਨੂੰ ਫੋਲੋ ਕਰਨਾ ਚਾਹੀਦਾ ਔਰ ਕਿੰਨਾ ਜਿਹੜਾ ਤੁਹਾਨੂੰ ਆਪਣੀ ਸਿਹਤ ਸੰਬੰਧੀ ਧਿਆਨ ਰੱਖਣਾ ਚਾਹੀਦਾ। ਡਾਕਟਰ ਸੰਜੀਵ ਗੋਇਲ ਜੀ ਬਹੁਤ ਬਹੁਤ ਧੰਨਵਾਦ ਇੰਨੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ। ਧੰਨਵਾਦ। ਮੈਂ ਪੰਜਾਬ ਟੀਵੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਧੰਨਵਾਦ। ਸੋ ਇਹ ਸੀ ਅੱਜ ਦੀ ਮੁਲਾਕਾਤ ਡਾਕਟਰ ਸੰਜੀਵ ਗੋਇਲ ਹੋਣਾ ਦੇ ਨਾਲ। ਤੁਹਾਨੂੰ ਇਹ ਮੁਲਾਕਾਤ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਦੱਸਣਾ ਨਹੀਂ ਭੁੱਲਣਾ ਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਲਹਾਲ ਦੇ ਲਈ ਇੰਨਾ ਹੀ। ਹੁਣ ਆਪਣੀ ਦੋਸਤ ਅਮਨਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।